ਸੋ ਸਾਰੇ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਪਾਂ ਕਿਉਂਕਿ ਮੌਸਮ ਬਦਲ ਰਿਹਾ, ਇਸ ਮੌਸਮ ਦੇ ਵਿੱਚ ਵਾਇਰਲ ਫੀਵਰਸ ਅਕਸਰ ਫੈਲਦੇ ਆ, ਹਰ ਸਾਲ ਫੈਲਦੇ ਆ। ਕੋਈ ਨਵਾਂ ਵਰਤਾਰਾ ਨਹੀਂ ਹੈ ਇਹ। ਫਲੂ ਵੀ ਹੁੰਦਾ, ਉਹਦੇ 'ਚ ਫਲੂ ਵਾਲੇ ਵਾਇਰਸਿਸ ਵੀ ਫੈਲਦੇ ਆ, ਅਤੇ ਜਿਹੜੇ ਫਲੂ ਕਰੇ ਬਿਨਾਂ ਬੁਖਾਰ ਕਰਦੇ ਆ, ਜ਼ੁਕਾਮ ਖਾਂਸੀ ਕਰੇ ਬਿਨਾਂ ਬੁਖਾਰ ਕਰਦੇ ਆ, ਉਹ ਵੀ ਫੈਲਦੇ ਆ। ਉਹਦੇ ਵਿੱਚ ਡੇਂਗੂ ਦਾ ਵੀ ਮੌਸਮ ਹੈਗਾ ਹੈ। ਡੇਂਗੂ 'ਚ ਖਾਸ ਕਰਕੇ ਜਿਹੜੇ ਸੈੱਲ ਪਲੇਟਲੈਟਸ ਕਰਦੇ ਆ। ਇਹ ਜਿਹੜਾ ਵਰਤਾਰਾ ਹੈ ਸੈੱਲਾਂ ਦਾ, ਇਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਜਦ ਤੱਕ ਕਿਸੇ ਨੂੰ ਸਮਝਾਂਗੇ ਨਹੀਂ ਤਦ ਤੱਕ ਆਪਾਂ ਡਰਦੇ ਰਹਾਂਗੇ ਬਹੁਤ ਜ਼ਿਆਦਾ। ਔਰ ਡਰ ਆਪਾਂ ਦੇਖ ਲਿਆ ਕਿ ਡਰ ਬੜੀ ਭੈੜੀ ਚੀਜ਼ ਹੈ। ਡਰੇ ਹੋਣਾ ਤੇ ਨਾ ਡਰੇ ਹੋਣਾ 'ਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਇੱਕੋ ਹੀ ਗੱਲ 'ਚ। ਜੇ ਤੁਸੀਂ ਆਪਣੇ ਸਰੀਰ ਨਾਲ ਕੋਈ ਅਗਰ ਤੁਹਾਨੂੰ ਛੋਟੀ ਮੋਟੀ ਬਿਮਾਰੀ ਆਉਂਦੀ ਹੈ ਤੇ ਡਰ ਗਏ ਤਾਂ ਉਹੀ ਬਿਮਾਰੀ ਬਹੁਤ ਵੱਡੀ ਬਣ ਜਾਏਗੀ, ਤੇ ਜੇ ਤੁਸੀਂ ਨਾ ਡਰੇ ਉਹੀ ਬਿਮਾਰੀ ਬਹੁਤ ਛੋਟੀ ਹੈ। ਸੋ ਇਸ ਕਰਕੇ ਡਰ ਜਿਹੜਾ ਹੁੰਦਾ ਹੈ ਬੜਾ ਮਾੜਾ ਵਰਤਾਰਾ ਹੈ। ਡਰਨਾ ਨਹੀਂ ਹੈ, ਡਰਨ ਦੀ ਲੋੜ ਵੀ ਨਹੀਂ ਹੈ, ਕਿਉਂਕਿ ਇਹ ਵਰਤਾਰਾ ਕੋਈ ਪਹਿਲੀ ਵਾਰੀ ਨਹੀਂ ਵਾਪਰ ਰਿਹਾ। ਐਤਕੀ ਜਰਾ ਜ਼ਿਆਦਾ ਡਰ ਹੈ, ਕਿਉਂਕਿ ਜਿਹੜਾ ਸਾਨੂੰ ਡਰਾਇਆ ਗਿਆ ਖਾਸ ਢੰਗ ਦੇ ਨਾਲ, ਤਾਂ ਉਹ ਡਰ ਕਰਕੇ ਜਿਹੜਾ ਡਰ ਫੈਲਾਇਆ ਗਿਆ ਉਹਦੇ 'ਚੋਂ ਮੈਂ ਤਾਂ ਆਪਣੇ ਆਲੇ ਦੁਆਲੇ ਰੋਜ਼ ਦੇਖ ਰਿਹਾ ਕਿ ਜਿਹੜੇ ਲੋਕ ਜਿਹੜੇ ਨੇ ਉਹ ਸਿੰਪਲ ਸਮਝਦੇ ਕਿ ਮੈਨੂੰ ਜ਼ੁਕਾਮ ਹੋ ਗਿਆ ਕੋਈ ਗੱਲ ਨਹੀਂ, ਤਾਂ 2-3 ਦਿਨ 'ਚ ਘੋੜੇ ਵਰਗੇ ਹੁੰਦੇ ਆ। 2-3 ਦਿਨ ਜਿਹੜਾ ਘਰ ਆਰਾਮ ਕਰ ਲੈਂਦੇ ਆ, ਕੋਈ ਗਰਾਰੀ ਕਰ ਲੈਂਦੇ ਆ, ਕੋਈ ਮਾੜਾ ਮੋਟਾ ਔੜ ਕਰਕੇ। ਜਿਹੜੇ ਬੰਦੇ ਨੇ ਟੈਸਟ ਕਰਾ ਲਿਆ ਤੇ ਉਹਨੇ ਆਪਣੇ ਛੇਪੀ ਲਵਾ ਲਈ ਵੀ ਮੈਨੂੰ ਤਾਂ ਫਲਾਣੀ ਬਿਮਾਰੀ ਹੈ, ਉਹ ਫਿਰ ਹਸਪਤਾਲ ਪਹੁੰਚਦਾ, ਕਿਉਂਕਿ ਉਹਦੇ ਉੱਪਰ ਡਰ ਇੰਨਾ ਭਾਰੂ ਹੋ ਜਾਂਦਾ ਕਿ ਲੋਕ ਕੰਬਣੇ ਸ਼ੁਰੂ ਹੋ ਜਾਂਦੇ ਆ, ਇੰਨਾ ਡਰਾਇਆ ਗਿਆ ਇਸ ਨੂੰ। ਇਸ ਕਰਕੇ ਜਿਹੜਾ ਗਿਆਨ ਹੈ, ਜਾਣਨਾ ਹੈ ਸਾਰੀ ਗੱਲ ਨੂੰ, ਵਿਗਿਆਨ ਨੂੰ। ਔਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਉਹ ਸਮਾਜ ਹਾਂ ਜਿੱਥੇ ਵਿਗਿਆਨਕ ਦ੍ਰਿਸ਼ਟੀਕੋਣ ਜਿਹੜਾ ਉਹ ਅਜੇ ਜਿਹਨੂੰ ਕਹਿੰਦੇ ਉਹਦੀਆਂ ਜੜ੍ਹਾਂ ਨਹੀਂ ਜੰਮੀਆਂ। ਇੱਥੇ ਅੱਜ ਵੀ ਜਿਹੜਾ ਹੈ ਉਹ ਹੀਅਰਸੇ ਦੇ ਬੇਸ ਤੇ, ਸੁਣੀ ਸੁਣਾਈ ਗੱਲ ਤੇ ਆਧਾਰਿਤ ਜਿਹੜਾ ਸਾਰਾ ਆਪਣਾ ਵਰਤਾਰਾ ਚੱਲਦਾ ਹੈ, ਕਿਉਂਕਿ ਪੜ੍ਹਾਈ ਲਿਖਾਈ ਦਾ ਪੱਧਰ ਬਹੁਤ ਉੱਚਾ ਨਹੀਂ ਹੈ, ਪਹਿਲੀ ਗੱਲ ਤਾਂ। ਦੂਜੀ ਗੱਲ, ਜਿਹੜੀ ਪੜ੍ਹਾਈ ਲਿਖਾਈ ਹੈਗੀ ਹੈ ਉਹ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਬਣਾਉਂਦੀ। ਉਹ ਸਿਰਫ ਰੱਟੇ ਮਾਰੂ ਐਗਜ਼ਾਮ ਪਾਸ ਕਰਨਾ, ਤੇ ਐਗਜ਼ਾਮ ਪਾਸ ਕਰਕੇ ਡਿਗਰੀਆਂ ਲੈਣਾ, ਤੇ ਡਿਗਰੀਆਂ ਲੈ ਕੇ ਵੱਡੀਆਂ ਵੱਡੀਆਂ ਨੌਕਰੀਆਂ ਲੈਣਾ, ਵੱਡੇ ਤੋਂ ਵੱਡੇ ਉੱਚੇ ਹੋਣਾ, ਵੱਧ ਤੋਂ ਵੱਧ ਪੈਸੇ ਕਮਾਉਣਾ। ਉਹ ਸਾਰਾ ਜਿਹੜਾ ਹੈ ਇੱਕ ਵਰਤਾਰਾ ਜਿਹੜਾ ਬਣ ਗਿਆ ਹੋਇਆ, ਉਹਦੇ ਅੰਦਰ ਜਿਹੜਾ ਵਿਗਿਆਨਕ ਦ੍ਰਿਸ਼ਟੀਕੋਣ ਜਿਹਨੂੰ ਆਪਾਂ ਕਹਿੰਦੇ ਹਾਂ, ਸਾਇੰਟੀਫਿਕ ਮਾਈਂਡ ਨਹੀਂ ਹੈ, ਜਿਹੜਾ ਕਿ ਅੱਜ ਦੇ ਯੁੱਗ ਦੇ ਅੰਦਰ ਬਹੁਤ ਜ਼ਰੂਰੀ ਹੈ। ਸਾਇੰਟੀਫਿਕ ਮਾਈਂਡ ਹੋਣਾ। ਸਾਇੰਟੀਫਿਕ ਮਾਈਂਡ ਕਿੱਦਾਂ ਬਣਦਾ ਹੈ? ਉਹ ਬਣਦਾ ਹੈ ਇਨਕੁਆਇਰੀ ਨਾਲ, ਪੜਤਾਲ ਕਰਨ ਨਾਲ, ਜਾਣਨ ਨਾਲ, ਗਹਿਰੇ ਉਤਰਨ ਨਾਲ। ਤੇ ਗਹਿਰੇ ਉਤਰਨ ਦਾ ਸੁੱਖ ਨਾਲ ਸਾਡੇ ਰਿਵਾਜ ਘੱਟ ਹੈ ਬਹੁਤ, ਵੈਸੇ ਵੀ ਕੰਟਰੀ 'ਚ ਵੀ, ਔਰ ਪੰਜਾਬੀਆਂ ਨੂੰ ਖਾਸ ਕਰਕੇ ਬੜਾ ਹੀ ਘੱਟ ਹੈ। ਗਹਿਰੇ ਉਤਰ ਕੇ ਬੜੇ ਰਾਜੀ ਨਹੀਂ ਹੁੰਦੇ ਵੀ ਛੱਡ ਪਰੇ ਤੂੰ ਕੰਮ ਦੀ ਗੱਲ ਕਰ। ਇਸ ਕਰਕੇ ਜਿਹੜਾ ਇਹ ਵਰਤਾਰਾ ਹੈ ਇਹ ਸਾਨੂੰ ਕਿਤੇ ਨਾ ਕਿਤੇ ਬਹੁਤ ਜਿਹੜਾ ਗਲਤ ਰਾਹ ਤੇ ਪਾ ਰਿਹਾ, ਡਰਾ ਰਿਹਾ, ਔਰ ਅਸੀਂ ਇੱਕ ਡਰੇ ਸਹਿਮੇ ਜ਼ਿੰਦਗੀ ਜਿਉ ਰਹੇ ਹਾਂ। ਔਰ ਆਉਣ ਵਾਲੇ ਸਮੇਂ 'ਚ ਇਹ ਵਰਤਾਰਾ ਹੋਰ ਵਧਣਾ ਹੈ ਜੇ ਘਟਨਾ ਨਹੀਂ ਹੈ। ਉਹਦੇ ਅਸਾਰ ਬੜੇ ਸਪਸ਼ਟ ਨੇ। ਤਾਂ ਆਪਾਂ ਇਸ ਸੈੱਲਾਂ ਵਾਲੇ ਵਰਤਾਰੇ ਨੂੰ ਪਹਿਲਾਂ ਸਮਝੀਏ ਕਿ ਸੈੱਲਾਂ ਦਾ ਵਰਤਾਰਾ ਹੈ ਕੀ ਹੈ, ਕਿ ਸੈੱਲ ਕੀ ਨੇ। ਸੋ ਸਾਡੇ ਸਰੀਰ ਦੇ ਅੰਦਰ ਖੂਨ ਜਿਹੜਾ ਹੁੰਦਾ ਇਹ ਮੁੱਖ ਸਾਡਾ ਜਿਹਨੂੰ ਕਹਿੰਦੇ ਅੱਡ ਅੰਗਾਂ ਦਾ ਇੱਕ ਨੂੰ ਇਕੱਠੇ ਕਰਨ ਦਾ, ਜੋੜਨ ਦਾ, ਉਹਨਾਂ ਨੂੰ ਹਰ ਕਿਸਮ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਾਰੇ ਸੈੱਲਾਂ ਦੀਆਂ। ਅਸੀਂ ਕੋਲ ਲਗਭਗ 1 ਕਰੋੜ ਸੈੱਲਾਂ ਦੀ ਕਲੋਨੀ ਆ। ਸਾਰੇ ਸੈੱਲ ਜਿਹੜੇ ਨੇ ਆਪਣਾ ਕੰਮ ਕਰਨਾ ਹੁੰਦਾ ਉਹਨਾਂ ਨੇ, ਤਾਂ ਜਾ ਕੇ, ਤੇ ਦੂਜੀ ਗੱਲ ਤਾਲਮੇਲ ਰੱਖਣਾ ਹੁੰਦਾ ਆਪਸ 'ਚ, ਤਾਂ ਜਾ ਕੇ ਅਸੀਂ ਜਿਹੜਾ ਸਾਡਾ ਜੀਵਨ ਚੱਲਦਾ ਉਹ ਤਾਲਮੇਲ ਬਣਦਾ ਖੂਨ ਦੇ ਰਾਹੀਂ। ਜਿਹੜਾ ਖੂਨ ਹੁੰਦਾ ਸਾਡਾ ਇਹ ਸਾਰੇ ਸੈੱਲਾਂ ਦਾ ਆਪਸ 'ਚ ਤਾਲਮੇਲ ਬਣਾਉਂਦਾ। ਉਹ ਜੋ ਸੈੱਲਾਂ ਦੀਆਂ ਲੋੜਾਂ ਨੇ, ਉਹਨੂੰ ਰਾ ਮਟੀਰੀਅਲ ਚਾਹੀਦਾ, ਉਹਨੂੰ ਪਹੁੰਚਦਾ ਕਰਦਾ, ਤੇ ਜੋ ਉਹਨਾਂ ਕੋਲੇ ਕਚਰਾ ਬਚ
ਬਣ ਜਾਂਦਾ ਹੈ, ਕਿਉਂਕਿ ਕੰਮ ਜਦੋਂ ਕਰਦੇ ਆ ਸੈੱਲ ਤਾਂ ਉਹਦੇ 'ਚ ਕਚਰਾ ਬਣਦਾ, ਵੇਸਟ ਬਣਦਾ, ਜ਼ਹਿਰੀਲਾ ਹੁੰਦਾ, ਉਹ ਟੌਕਸਿਕ ਹੁੰਦਾ, ਉਹਨੂੰ ਲਿਆ ਕੇ ਕੱਢਣਾ ਹੁੰਦਾ, ਉਹ ਕੰਮ ਵੀ ਬਲੱਡ ਦਾ, ਖੂਨ ਦਾ। ਸੋ ਖੂਨ ਦੇ ਇੱਕ ਤਾਂ ਇਹ ਕੰਮ ਹੈ ਕਿ ਉਹਨੇ ਲੋੜੀਂਦੀਆਂ ਚੀਜ਼ਾਂ ਲੈ ਕੇ ਜਾਣੀਆਂ ਨੇ, ਅੰਤੜੀਆਂ ਤੋਂ ਭੋਜਨ ਨਾਲ ਜੁੜੀਆਂ ਚੀਜ਼ਾਂ ਲੈਣੀਆਂ ਨੇ, ਤੇ ਫੇਫੜਿਆਂ ਤੋਂ ਆਕਸੀਜਨ ਲੈਣੀ ਹੈ, ਤੇ ਫਿਰ ਸੈੱਲਾਂ ਤੱਕ ਪਹੁੰਚਾਉਣੀ ਹੈ। ਤੇ ਉਹ ਜਿਹੜੇ ਖੁਰਾਕੀ ਤੱਤ ਨੇ, ਖੁਰਾਕ ਹੈ, ਤੇ ਆਕਸੀਜਨ ਨਾਲ ਰਲ ਕੇ ਜਿਹੜਾ ਸੈੱਲਾਂ ਦੇ ਅੰਦਰ ਜਾਂਦਾ ਹੈ ਤੇ ਸਾਰੀ ਊਰਜਾ ਬਣਦੀ ਹੈ, ਤੇ ਹੋਰ ਲੋੜਾਂ ਪੂਰੀਆਂ ਹੁੰਦੀਆਂ ਸੈੱਲਾਂ ਦੀਆਂ। ਤੇ ਫੇਫੜਿਆਂ ਤੋਂ ਆਕਸੀਜਨ ਆਉਂਦੀ ਹੈ, ਤੇ ਆਕਸੀਜਨ ਦੀ ਹਾਜ਼ਰੀ ਬਹੁਤ ਜ਼ਰੂਰੀ ਹੁੰਦੀ ਹੈ ਸਾਡੇ ਅੰਦਰ ਊਰਜਾ ਪੈਦਾ ਕਰਨ ਲਈ, ਕਿਉਂਕਿ ਆਕਸੀਜਨ ਜਦੋਂ ਫੂਡ ਦੇ ਨਾਲ ਮਿਲਦੀ ਹੈ, ਜਿਸ ਤਰ੍ਹਾਂ ਅੱਗ ਬਣਨ ਲਈ, ਮੋਮਬੱਤੀ ਬਣਨ ਲਈ ਆਕਸੀਜਨ ਚਾਹੀਦੀ ਹੈ, ਇੱਦਾਂ ਸਾਡੇ ਸਰੀਰ ਦੇ ਅੰਦਰ ਜਿਹੜੀ ਊਰਜਾ ਬਣਨ ਲਈ ਵੀ ਆਕਸੀਜਨ ਚਾਹੀਦੀ ਹੈ। ਤਾਂ ਫੇਫੜਿਆਂ ਤੋਂ ਆਕਸੀਜਨ ਵੀ ਬਲੱਡ ਹੀ ਲੈ ਕੇ ਆਉਂਦਾ। ਸੋ ਇਸ ਕੰਮ ਲਈ ਜਿਹੜਾ ਬਲੱਡ ਹੈ, ਉਹਨੂੰ ਆਪਾਂ ਸਮਝੀਏ ਕਿ ਬਲੱਡ ਦੋ ਹਿੱਸੇ ਨੇ ਬਲੱਡ ਦੇ। ਇੱਕ ਉਹਦਾ ਲਿਕੁਇਡ ਪਾਰਟ ਹੈ, ਤਰਲ ਪਾਰਟ ਹੈ, ਜਿਹੜਾ ਕਿ ਜਿਹਦੇ ਵਿੱਚ ਸਾਰਾ ਕੁਛ ਜਿਹਨੂੰ ਕਹਿੰਦੇ ਉਪਸਥਿਤ ਹੈ। ਉਸ ਤਰਲ ਪਦਾਰਥ ਤੈਰਦਾ, ਸਾਰਾ ਕੁਛ ਤੈਰ ਕੇ ਜਾਂਦਾ। ਜਿਹੜਾ ਤਰਲ ਪਦਾਰਥ ਹੈ, ਉਹਨੂੰ ਪਲਾਜ਼ਮਾ ਕਹਿ ਦਿੰਦੇ ਆਪਾਂ। ਤਾਂ ਪਲਾਜ਼ਮਾ ਜਿਹੜਾ, ਪਲਾਜ਼ਮਾ ਦੇ ਅੰਦਰ ਹਰ ਚੀਜ਼, ਸਾਰੇ ਸੈੱਲ ਜਿਹੜੇ ਹੁੰਦੇ ਆ ਉਹਦੇ ਅੰਦਰ, ਉਹ ਸਸਪੈਂਡਡ ਹੁੰਦੇ ਆ। ਤੇ ਕੁਝ ਚੀਜ਼ਾਂ ਜਿਹੜੀਆਂ ਲਾਉਣ ਜਾਣ ਹੋ ਰਿਹਾ, ਉਹ ਵੀ ਉਸ ਤਰਲ ਪਦਾਰਥ ਨਾਲ ਹੀ ਹੋ ਰਿਹਾ, ਪਲਾਜ਼ਮਾ 'ਚ ਹੀ ਹੋ ਰਿਹਾ। ਬਹੁਤੇ ਕੰਮ ਜਿਹੜੇ ਨੇ ਆਉਣ ਜਾਣ ਦੇ, ਜਾਂ ਜਿਹੜੇ ਬਾਕੀ ਕੰਮ ਨੇ, ਉਹ ਸੈੱਲ ਕਰਦੇ ਆ, ਅੱਡ ਸੈੱਲ ਕਰਦੇ ਆ ਸਰੀਰ ਦੇ। ਉਸ ਕੰਮ ਲਈ ਮੋਟਾ ਜਿਹਾ 3 ਤਰ੍ਹਾਂ ਦੇ ਸੈੱਲ ਹੁੰਦੇ ਆ। ਇੱਕ ਨੂੰ ਅਸੀਂ ਕਹਿੰਦੇ ਰੈੱਡ ਬਲੱਡ ਸੈੱਲ, ਲਾਲ ਸੈੱਲ, ਜਿਨ੍ਹਾਂ ਦਾ ਕੰਮ ਹੈ ਆਕਸੀਜਨ ਫੇਫੜਿਆਂ ਤੋਂ ਲੈ ਕੇ ਆਉਣੀ, ਤੇ ਬਾਕੀ ਸਾਰੇ ਸੈੱਲਾਂ ਨੂੰ, ਸਾਰੇ ਅੰਗਾਂ ਨੂੰ ਦੇਣੀ। ਇੱਕ ਹੁੰਦੇ ਵਾਈਟ ਬਲੱਡ ਸੈੱਲ, WBCs, ਜਿਨ੍ਹਾਂ ਦਾ ਕੰਮ ਹੈ, ਬਹੁਤ ਭਾਂਤ ਦੇ ਕੰਮ ਨੇ ਉਹਨਾਂ ਦੇ, ਬਹੁਤ ਭਾਂਤ ਦੇ ਕੰਮ ਨੇ। ਤਾਂ ਮੋਟਾ ਜਿਹਾ ਕੰਮ ਉਹਨਾਂ ਦਾ ਨਾਲ ਇਹ ਹੈ ਕਿ ਉਹਨੇ ਸਾਨੂੰ ਡਿਫੈਂਡ ਕਰਨਾ, ਡਿਫੈਂਸ ਕ੍ਰੀਏਟ ਕਰਨਾ, ਸਾਡੀ ਬਾਡੀ ਦਾ ਜਿਹੜੇ ਵਰਕਿੰਗ ਹੈ ਉਹਨੂੰ ਸਮੂਥਲੀ ਚਲਾਉਣਾ। ਉਹਦੇ ਅੰਦਰ ਇਮਿਊਨਿਟੀ ਚਾਹੀਦੀ, ਸਾਨੂੰ ਲੜਨ ਸ਼ਕਤੀ ਚਾਹੀਦੀ ਹੈ। ਹੋਰ ਬਹੁਤ ਸਾਰੇ ਜਿਹੜੇ ਪੁਰਾਣੇ ਸੈੱਲ ਮਰਦੇ ਆ, ਉਹਨਾਂ ਨੂੰ ਖਾਣਾ ਹੁੰਦਾ ਉਹਨਾਂ ਨੇ। ਸਾਡੇ ਸੈੱਲਾਂ ਦਾ ਜਿਹੜਾ ਵਰਤਾਰਾ ਹੈ। ਸੋ ਤੀਜੀ ਤਰ੍ਹਾਂ ਦੇ ਸੈੱਲ ਹੁੰਦੇ ਪਲੇਟਲੈਟਸ। ਉਹਨਾਂ ਦਾ ਕੰਮ ਹੈ ਸਰੀਰ ਦੇ ਅੰਦਰ ਖੂਨ ਨੂੰ ਕਿਤੇ ਵੀ ਕਿਸੇ ਨਾੜੀ ਚੋਂ ਵੀ ਖੂਨ ਅਗਰ ਨਿਕਲਣ ਦੀ ਕੋਸ਼ਿਸ਼ ਕਰਦਾ, ਕੋਈ ਨਾੜੀ ਮਾੜੀ ਮੋਟੀ ਫਟ ਗਈ, ਤਾਂ ਉਹਨਾਂ ਦਾ ਮੁੱਖ ਕੰਮ ਹੈ ਉਹਨੂੰ ਬੰਦ ਕਰਨਾ, ਉਸ ਰਿਪੇਅਰ ਕਰਨਾ। ਉਹਦੀ ਜਿਹੜੀ ਖੂਨ ਦੀ ਨਾਲੀ ਦੀ ਅੰਦਰਲੀ ਝਿੱਲੀ ਹੈ, ਉਹਦੇ ਉੱਪਰ ਜੰਮ ਕੇ ਉਸ ਖੂਨ ਨੂੰ ਬਹਾਅ ਨੂੰ ਰੋਕਣਾ। ਤੇ ਇਹ ਸਾਰੇ ਦੇ ਸਾਰੇ ਸੈੱਲ ਕੋਈ ਹੈ ਕਿ ਨਹੀਂ ਵੀ ਇੱਕ ਵਾਰੀ ਬਣ ਜਾਂਦੇ ਤੇ ਮੁੜ ਕੇ ਫਿਰ ਸਾਰੀ ਉਮਰ ਉਹੀ ਕੰਮ ਕਰਦੇ ਰਹਿੰਦੇ ਆ। ਇਹ ਸੈੱਲ ਲਗਾਤਾਰ ਬਣਦੇ ਰਹਿੰਦੇ ਆ ਤੇ ਮਰਦੇ ਰਹਿੰਦੇ ਆ। ਪੁਰਾਣੇ ਮਰ ਜਾਂਦੇ ਆ, ਨਵੇਂ ਜੰਮ ਪੈਂਦੇ ਆ। ਹਰ ਸੈੱਲ ਦੀ ਆਪਣੀ ਉਮਰ ਹੈ, ਕੁਛ ਘੰਟਿਆਂ ਤੋਂ ਲੈ ਕੇ ਕੁਛ ਦਿਨਾਂ ਤੱਕ। ਅੱਡ ਸੈੱਲ ਦੀ ਅੱਡ ਉਮਰ ਹੈ। ਬਲੱਡ ਸੈੱਲ ਦੀ ਕੁਛ 100 ਦਿਨ ਦੀ ਹੈ, ਕਿਸੇ WBC ਦੀ ਕੋਈ ਥੋੜੀ ਜ਼ਿਆਦਾ ਹੋਏਗੀ, ਪਲੇਟਲੈਟਸ ਦੀ ਉਸ ਤੋਂ ਘੱਟ ਹੈ। ਤਾਂ ਪਲੇਟਲੈਟਸ ਜਿਹੜੇ ਨੇ ਗਿਣਤੀ ਵਾਈਜ਼ ਸਭ ਤੋਂ ਜ਼ਿਆਦਾ ਹੁੰਦੇ, ਪਲੇਟਲੈਟਸ ਕਹਿੰਦੇ ਹਨ। ਪਲੇਟਲੈਟਸ ਇਹ ਸਭ ਤੋਂ ਛੋਟੇ ਹੁੰਦੇ ਆ ਪਲੇਟਲੈਟਸ। ਜਿਹੜੇ ਘਟਣ ਦੀ ਗੱਲ ਆਪਾਂ ਕਰਦੇ ਹਾਂ, ਉਹ ਜ਼ਿਆਦਾ ਪਲੇਟਲੈਟਸ ਦੀ ਗੱਲ ਕਰਦੇ ਹਾਂ ਆਪਾਂ। ਬਾਕੀ ਸੈੱਲ ਘਟਣ ਦੀ ਕੋਈ ਐਡੀ ਦੀ ਗੱਲ ਕੋਈ ਜ਼ਿਆਦਾ ਹੁੰਦੀ ਨਹੀਂ ਹੈ, ਨਾ ਅਸੀਂ ਉਹਦੇ ਬਾਰੇ ਚਿੰਤਾ ਕਰਦੇ ਹਾਂ। ਘਟਦੇ ਉਹ ਵੀ, ਘਟਦੇ ਵੱਧਦੇ ਉਹ ਵੀ ਰਹਿੰਦੇ ਆ। ਜਦੋਂ ਕੋਈ ਸਾਡੇ ਸਰੀਰ ਤੇ ਕੋਈ ਜਿਹੜੀ ਹੈ ਸੰਕਰਾਮਕ ਯਾਨੀ ਕਿ ਇਨਫੈਕਸ਼ਨ ਹੁੰਦੀ ਹੈ, ਉਦੋਂ ਵਾਈਟ ਬਲੱਡ ਸੈੱਲ ਉਹਦੇ ਤੇ ਹਮਲਾ ਕਰਦੇ ਆ ਤੇ ਉਹ ਵੱਧ ਜਾਂਦੇ ਆ। ਜੇ ਬੈਕਟੀਰੀਅਲ ਹਮਲਾ ਹੋਵੇ, ਬੈਕਟੀਰੀਅਲ ਬਿਮਾਰੀ ਹੋਵੇ, ਤਾਂ ਹੋਰ ਤਰ੍ਹਾਂ ਦਾ ਸੈੱਲ ਵੱਧਦੇ ਆ, ਤੇ ਜੇ ਵਾਇਰਲ ਹੋਵੇ ਹੋਰ ਤਰ੍ਹਾਂ ਦੇ ਵੱਧਦੇ ਆ। ਪਲੇਟਲੈਟਸ ਜਿਹੜੇ ਨੇ ਉਹ ਘਟਦੇ ਆ। ਵੱਧ ਹੋਣ ਵਾਲੀ ਬਿਮਾਰੀ ਜਿਹੜੀ ਬਹੁਤ ਥੋੜੀ ਹੈ, ਵਿਰਲੀ ਹੈਗੀ ਹੋਵੇ ਕਿਸੇ ਨੂੰ, ਲੇਕਿਨ ਜ਼ਿਆਦਾ ਜਿਹੜੀ ਹੈਗੀ ਹੈ ਉਹ ਘਟਣ ਦੀ ਪ੍ਰੋਬਲਮ ਉਹਦੀ। ਸੋ ਉਹ ਜਦੋਂ ਘਟ ਜਾਂਦੇ ਆ ਤਾਂ ਖਤਰਾ ਕੀ ਬਣ ਜਾਂਦਾ ਹੈ, ਕਿਉਂਕਿ ਉਹਨਾਂ ਦਾ ਮੁੱਖ ਕੰਮ ਕੀ ਹੈ ਕਿ ਉਹ ਸਾਡੇ ਖੂਨ ਦੀ ਅੰਦਰਲੀ ਜਿਹੜੀ ਝਿੱਲੀ ਹੈ, ਜਦੋਂ ਕਿਤੇ ਵੀ ਉਹ ਬ੍ਰੇਕ ਪੈ ਜਾਂਦੀ ਹੈ, ਉਹਦੇ ਅੰਦਰ ਕੋਈ ਉਹਦੇ ਅੰਦਰ ਟੁੱਟ ਜਾਂਦੀ ਕਿਤੋਂ ਉਹ, ਕਿਉਂਕਿ ਬਹੁਤ ਨਾਜ਼ੁਕ ਜਿਹੀਆਂ ਖੂਨ ਦੀਆਂ ਨਾੜਾਂ ਹੁੰਦੀਆਂ, ਨਾਜ਼ੁਕ ਜਿਹੀਆਂ। ਤੇ ਇਹਨੂੰ ਲਗਾਤਾਰ ਅੰਦਰੋਂ ਰਿਪੇਅਰ ਕਰਨਾ ਪੈਂਦਾ ਹੈ। ਲਗਾਤਾਰ ਇਹਨਾਂ ਦੇ ਅੰਦਰ ਜਿਹੜਾ ਉਹਨੂੰ ਖੂਨ ਦੇ ਜੇ ਮਾੜਾ ਮੋਟਾ ਟੁੱਟ ਭੱਜ ਹੁੰਦੀ ਹੈ, ਉਹ ਰੋਕਣੀ ਪੈਂਦੀ ਹੈ। ਉਸ ਕੰਮ ਲਈ ਸਰੀਰ ਪਲੇਟਲੈਟਸ ਦੀ ਵਰਤੋਂ ਕਰਦਾ।
ਪਲੇਟਲੈਟਸ ਲੱਖਾਂ 'ਚ ਹੀ ਹੁੰਦੇ ਆ ਨੰਬਰ, ਇਹਦਾ ਅਲੱਗ-ਅਲੱਗ ਕਾਊਂਟ ਜੇ ਦਿੰਦੇ ਆ, ਕੋਈ ਲਗਭਗ ਲਾ ਲਓ ਤੁਸੀਂ 2 ਲੱਖ ਸਮਥਿੰਗ ਤੋਂ ਲੈ ਕੇ 3 ਲੱਖ ਸਮਥਿੰਗ ਤੱਕ ਕੁਛ ਇੱਦਾਂ ਕੁਛ ਕਾਊਂਟ ਹੁੰਦੇ ਆ। ਲੇਕਿਨ ਉਹ ਐਡਾ ਇੰਪੋਰਟੈਂਟ ਨਹੀਂ। ਉਹ ਸਵਾਲ ਹੈ ਕਿ ਲੋਅਰ ਲਿਮਿਟ ਕੀ ਹੈ ਜਿਹੜੀ ਸਾਨੂੰ ਚਿੰਤਾ 'ਚ ਪਾਉਂਦੀ ਹੈ। ਜਦੋਂ ਲੱਖ ਤੋਂ ਥੱਲੇ ਜਾਣ ਲੱਗ ਜਾਂਦੇ ਆ ਤਾਂ ਫਿਰ ਇਹ ਜਿਹੜੇ ਨੇ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਲੋਕਾਂ ਨੂੰ ਵੀ ਘਟਣ ਲੱਗ ਗਏ ਆ। ਲੇਕਿਨ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਖਤਰਨਾਕ ਘਟਨਾ ਉਹ ਹੈ 25,000 ਤੱਕ ਤਾਂ ਸਾਨੂੰ ਬਹੁਤੀ ਚਿੰਤਾ ਦੀ ਲੋੜ ਹੀ ਨਹੀਂ ਹੈ। ਖਤਰਨਾਕ ਘਟਨਾ 8-10 ਹਜ਼ਾਰ ਤੇ ਜਦੋਂ ਆ ਜਾਂਦੇ ਆ ਤਾਂ ਫਿਰ ਇਹ ਸਾਨੂੰ ਖਤਰਾ ਪੈ ਜਾਂਦਾ ਕਿ ਕਿਤੇ ਨਾ ਕਿਤੇ ਖੂਨ ਨਿਕਲੇਗਾ ਤੇ ਖੂਨ ਰੁਕਣਾ ਨਹੀਂ ਹੈ ਤੇ ਅਸੀਂ ਮਰ ਸਕਦੇ ਹਾਂ। ਉਹਦੀ ਉਹ ਚਿੰਤਾ ਹੋਣ ਲੱਗ ਜਾਂਦੀ ਹੈ। ਔਰ ਖੂਨ ਰੋਕਣ ਲਈ ਪਲੇਟਲੈਟਸ ਦਾ ਮੁੱਖ ਰੋਲ ਹੈ। ਸੋ ਇਹ ਕੁਛ ਗੱਲਾਂ ਜਿਹੜੀਆਂ ਨੇ ਇਹ 3 ਤਰ੍ਹਾਂ ਦੇ ਸੈੱਲ ਨੇ, ਸਾਨੂੰ ਯਾਦ ਰੱਖਣੇ ਆ। ਰੈੱਡ ਲਾਲ ਸੈੱਲ ਘਟ ਗਏ ਦਾ ਮਤਲਬ ਪਲੇਟਲੈਟਸ ਘਟ ਗਏ। ਰੈੱਡ ਬਲੱਡ ਸੈੱਲ ਜਿਹੜੇ ਨੇ ਘਟਦੇ ਆ ਜਦੋਂ ਖੂਨ ਘਟਦਾ ਤਾਂ ਰੈੱਡ ਬਲੱਡ ਸੈੱਲ ਦੀ ਗਿਣਤੀ ਵੀ ਘਟ ਜਾਂਦੀ ਹੈ। ਉਹਦਾ ਲਾਲ ਮਾਦਾ ਜਿਹੜਾ ਹੁੰਦਾ ਹੀਮੋਗਲੋਬਿਨ ਉਹ ਵੀ ਘਟ ਜਾਂਦਾ ਹੈ। ਹੋ ਸਕਦਾ ਸਾਈਜ਼ ਛੋਟਾ ਵੱਡਾ ਹੋ ਸਕਦਾ ਹੈ, ਇਹ ਕੁਛ ਹੋ ਸਕਦਾ ਹੈ। ਉਸ ਗੱਲ 'ਚ ਆਪਾਂ ਨਹੀਂ ਜਾਂਦੇ ਅੱਜ। WBC ਦੀ ਗਿਣਤੀ ਜਿਹੜੀ ਹੈ, ਪੋਲੀਮੋਰਫਸ ਨੇ, ਨਿਊਟ੍ਰੋਫਿਲਸ ਨੇ, ਅਲੱਗ-ਅਲੱਗ ਕਈ ਤਰ੍ਹਾਂ ਦੇ WBC ਅਲੱਗ-ਅਲੱਗ ਪਾਉਂਦੇ ਆ। ਉਹ ਕੋਈ ਮਰੇ ਸੈੱਲਾਂ ਨੂੰ ਖਾਣ ਵਾਲੇ ਆ, ਕੋਈ ਐਂਟੀਬਾਡੀਜ਼ ਬਣਾਉਂਦੇ ਆ, ਕੋਈ ਅੱਡ-ਅੱਡ ਤਰ੍ਹਾਂ ਦੇ ਕੰਮ ਨੇ ਉਹਦੇ। ਉਹ ਜਿਹੜੇ ਨੇ ਉਹ ਵਧੇ ਹੋਏ ਜ਼ਿਆਦਾ ਅਸੀਂ ਮੱਤਾ ਦਿੰਦੇ ਹਾਂ, ਘੱਟ ਨੂੰ ਬਹੁਤੀ ਮੱਤਾ ਨਹੀਂ ਦਿੰਦੇ। ਜਦੋਂ ਵੱਧ ਜਾਂਦੀ ਹੈ ਇੱਕ ਲੋੜ ਤੋਂ ਵੱਧ ਤਾਂ ਇਹਦਾ ਮਤਲਬ ਹੈ ਜਿਹੜੀ ਬੈਕਟੀਰੀਅਲ ਇਨਫੈਕਸ਼ਨ ਹੈ, ਬੈਕਟੀਰੀਆ ਵਾਲੀ ਬਿਮਾਰੀ ਹੈ, ਬਹੁਤ ਜ਼ਿਆਦਾ ਜ਼ੋਰ ਤੇ ਹੈ, ਪ੍ਰਚੰਡ ਹੈ। ਉਹ ਜੋ 4,000 ਤੋਂ ਲੈ ਕੇ 11,000 ਤੱਕ ਹੁੰਦੇ ਆ, ਉਹ ਜਦੋਂ 11,000 ਤੋਂ ਵੱਧ ਜਾਂਦੇ ਆ ਤਾਂ ਫਿਰ ਅਸੀਂ ਥੋੜ੍ਹੇ ਚਿੰਤਤ ਹੋ ਜਾਂਦੇ ਵੀ ਹੈ। ਹੁਣ ਇਹ ਜਿਹੜੇ ਪਲੇਟਲੈਟਸ ਨੇ ਘਟਦੇ ਕਿਉਂ ਨੇ, ਇਹ ਵੀ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ ਸਾਰੇ ਵਾਇਰਲ ਫੀਵਰ ਦੇ ਅੰਦਰ ਘਟਦੇ ਆ, ਲਗਭਗ ਸਾਰੇ ਵਾਇਰਲ ਫੀਵਰ 'ਚ। ਹੋਰ ਵੀ ਕਾਰਨ ਹੈਗੇ ਘਟਣ ਦੇ, ਲੇਕਿਨ ਜਿਹੜੀ ਸਾਨੂੰ ਚਿੰਤਾ ਦਾ ਵਿਸ਼ਾ ਬਣ ਰਿਹਾ ਸਾਡੇ ਮੌਸਮ ਦੇ ਹਿਸਾਬ ਨਾਲ ਉਹ ਹੈਗਾ ਵਾਇਰਲ ਫੀਵਰ। ਕੋਈ ਵੀ ਹੈ ਵਾਇਰਸ ਦੀ ਬਿਮਾਰੀ, ਕੋਈ ਵੀ ਹੈ, ਕੋਈ ਵੀ ਵਾਇਰਸ ਸਾਡੇ ਸਰੀਰ ਦੇ ਵਿੱਚ ਅਗਰ ਜ਼ਿਆਦਾ ਲੋੜ ਤੋਂ ਵੱਧ ਨੇ ਉਹ ਤਾਂ ਉਹ ਪਲੇਟਲੈਟਸ ਨੂੰ ਘਟਾਉਣਗੇ। ਕਿਉਂ ਘਟਾਉਣਗੇ ਉਹ ਵੀ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿੱਦਾਂ ਸਾਨੂੰ ਆਪਾਂ ਮੋਟਾ ਜਿਹਾ ਸਮਝੀਏ ਕਿ ਜਿਵੇਂ ਵਾਇਰਸ ਸਾਨੂੰ ਜ਼ੁਕਾਮ ਲਾਉਂਦੀਆਂ ਨੇ, ਜ਼ੁਕਾਮ ਦੇ ਵਿੱਚ ਕੀ ਹੁੰਦਾ ਕਿ ਸਾਡੇ ਨੱਕ ਦੀ ਅੰਦਰਲੀ ਝਿੱਲੀ, ਗਲ ਦੀ ਅੰਦਰਲੀ ਝਿੱਲੀ, ਫੇਫੜ ਜਿਹੜੀ ਸਾਹ ਪ੍ਰਣਾਲੀ ਹੈ ਉਹਦਾ ਜਿਹੜਾ ਰਸਤਾ ਟ੍ਰੇਕੀਆ ਹੈ, ਅੱਗੇ 2 ਫੇਫੜਿਆਂ 'ਚ ਜਾਂਦੀਆਂ ਨੇ, ਉਹ ਸਾਰੀਆਂ ਸਾਹ ਪ੍ਰਣਾਲੀ ਦੇ ਅੰਦਰ ਸੋਜਸ਼ ਆ ਜਾਂਦੀ ਹੈ। ਉਹ ਜਿਹੜਾ ਪਾਣੀ ਨਿਕਲਦਾ ਜਿਹੜਾ ਸਾਡੇ ਨੱਕ 'ਚੋਂ ਨਿਕਲਦਾ ਜਾਂ ਸਾਨੂੰ ਬਲਗਮ ਨਿਕਲਦਾ, ਉਹ ਪਾਣੀ ਨਿਕਲਣ ਲੱਗ ਜਾਂਦਾ। ਉਹ ਕਿਉਂ ਨਿਕਲਦਾ ਪਾਣੀ? ਕਿਉਂਕਿ ਉਹ ਜੀ ਵਾਇਰਸ ਨੇ ਉਹਦੇ ਅੰਦਰ ਜਿਹੜਾ ਬਹੁਤ ਜ਼ਿਆਦਾ ਵਧਣਾ ਫੁੱਲਣਾ ਸ਼ੁਰੂ ਕਰਤਾ ਸਾਡੀ ਸਾਹ ਪ੍ਰਣਾਲੀ 'ਚ। ਉਹਦੇ ਅੰਦਰ ਸੋਜਿਸ਼ ਹੋਈ, ਸੋਜਿਸ਼ 'ਚ ਉਹ ਸਰੀਰ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਪਾਣੀ ਬਣਾ ਕੇ ਬਾਹਰ ਕੱਢੋ। ਉਹ ਜਿਹੜਾ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ 'ਚ ਕਈ ਵਾਰੀ ਜ਼ਿਆਦਾ ਬਣ ਜਾਏ ਪਾਣੀ ਤਾਂ ਉਹਦਾ ਨੁਕਸਾਨ ਹੋਇਆ। ਇਹ ਗੱਲ ਸਾਡੀ ਜਿਹੜੀ ਹੈ ਜਦੋਂ ਉਹ ਵਾਇਰਸ ਖੂਨ ਦੀਆਂ ਨਾੜਾਂ 'ਚ ਪਹੁੰਚ ਜਾਂਦੀ ਹੈ, ਖੂਨ 'ਚ ਪਹੁੰਚ ਜਾਂਦੀ ਹੈ, ਬਹੁਤ ਤੇਜ਼ੀ ਨਾਲ ਵੱਧਦੀ ਫੁੱਲਦੀ ਹੈ, ਤਾਂ ਸਾਡੀ ਖੂਨ ਦੀਆਂ ਨਾੜਾਂ ਦੇ ਅੰਦਰ ਵੀ ਉਦਾਂ ਦਾ ਸੋਜਿਸ਼ ਹੁੰਦੀ ਹੈ, ਪੂਰੇ ਸਰੀਰ ਦੀਆਂ ਖੂਨ ਨਾੜਾਂ ਦੇ ਅੰਦਰ। ਸੋ ਦੇਖਣ ਨੂੰ ਤਾਂ ਸਾਡੇ ਸਿਰਫ ਜ਼ੁਕਾਮ ਲੱਗਦਾ, ਜਿਹੜਾ ਸਾਡਾ ਬਾਹਰੀ ਰੂਪ ਆ ਉਹਦਾ ਵਾਇਰਸ ਦਾ, ਉਹ ਬਹੁਤੀਆਂ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਸਾਨੂੰ ਚਿੰਤਾ ਦਾ ਵਿਸ਼ਾ ਨੇ ਉਹ ਜ਼ੁਕਾਮ ਵਾਲੀਆਂ ਵਾਇਰਸਿਸ ਨੇ। ਫਲੂ, ILI ਵੀ ਕਹਿੰਦੇ ਉਹਨੂੰ, ਇਨਫਲੂਐਂਜ਼ਾ ਲਾਈਕ ਇਲਨੈਸ। ਇਨਫਲੂਐਂਜ਼ਾ ਵੀ ਉਹੀ ਗੱਲ, ਇਨਫਲੂਐਂਜ਼ਾ ਖਾਸ ਤਰ੍ਹਾਂ ਦੇ ਫਲੂ ਹੈ। ਫਲੂ ਆਮ ਭਾਸ਼ਾ ਆਮ ਜਿਹਾ ਹੈ, ਸਾਡੀ ਆਮ ਅਸੀਂ ਜ਼ੁਕਾਮ ਕਹਿ ਦਿੰਦੇ ਹਾਂ। ਅੱਡ ਅੱਡ ਵਾਇਰਸਿਸ ਨੇ, ਕੋਈ 100 ਦੇ ਲਗਭਗ ਵਾਇਰਸ ਜਿਹੜੀ ਇਹਦਾ ਦੀ ਸਿੰਪਟਮ ਕਰਦੀ ਹੈ। 100 ਸਾਰੀਆਂ ਹੁੰਦੀਆਂ ਨੇ। ਇਹ ਨਹੀਂ ਹੁੰਦੀ ਕਿ ਇੱਕ ਹੀ ਵਾਇਰਸ ਜਿਹੜੀ ਆ ਉਹ ਸਾਰਾ ਕੁਛ ਕਰੀ ਜਾ ਰਹੀ ਹੈ। ਜਿਵੇਂ ਅੱਜ ਕੱਲ੍ਹ ਹੋ ਹੱਲਾ ਹੋ ਰਿਹਾ। ਜਦੋਂ ਵੀ ਕਿਸੇ ਸਮਾਜ ਦੇ ਅੰਦਰ, ਕਿਸੇ ਕਮਿਊਨਿਟੀ ਦੇ ਅੰਦਰ, ਮਨੁੱਖਤਾ ਦੇ ਅੰਦਰ ਜ਼ੁਕਾਮ ਦਾ ਜਿਹੜਾ ਚੱਲ ਰਿਹਾ ਵਰਤਾਰਾ, ਤਾਂ ਉਹਦੇ ਅੰਦਰ ਸਾਰੀਆਂ ਵਾਇਰਸ ਹੁੰਦੀਆਂ ਨੇ। ਬਹੁਤ ਵਾਰੀ ਹੁੰਦਾ ਕਿ ਇੱਕ ਵਾਇਰਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਲੋੜ ਤੋਂ। ਕਿਉਂ ਜ਼ਿਆਦਾ ਹੋ ਜਾਂਦੀ ਹੈ? ਕਿਉਂਕਿ ਉਸ ਕਮਿਊਨਿਟੀ ਦੇ ਵਿੱਚ, ਕਿਉਂਕਿ ਵਾਇਰਸ ਲਗਾਤਾਰ ਸਾਡੇ 'ਚ ਰਹਿੰਦੀਆਂ ਨੇ, ਹਰ 24 ਘੰਟੇ 7 ਦਿਨ 30 ਦਿਨ 7 ਦਿਨ ਹਫ਼ਤੇ ਦੇ, 30 ਦਿਨ ਮਹੀਨੇ ਦੇ, 365 ਦਿਨ ਸਾਲ ਦੇ, ਉਹ ਰਹਿੰਦੀਆਂ ਨੇ ਸਾਡੇ ਅੰਦਰ। ਔਰ ਬਹੁਤੀਆਂ ਵਾਇਰਸ ਦੇ ਖਿਲਾਫ ਸਾਡੀ ਬਾਡੀ ਨੇ ਆਲਰੇਡੀ ਇਮਿਊਨਿਟੀ ਬਣਾ ਲਈ ਹੁੰਦੀ ਹੈ। ਇਸ ਕਰਕੇ ਸਾਨੂੰ ਜਿਹੜਾ ਤੰਗ ਕਰਦੀਆਂ ਨੇ,
ਕਿਸੇ ਹਰ ਬੰਦੇ ਦੀ ਅਲੱਗ-ਅਲੱਗ ਹੋ ਸਕਦੀ ਹੈ, ਉਹ ਹਰ ਪਿੰਡ ਦੀ, ਹਰ ਕਮਿਊਨਿਟੀ ਦੀ, ਹਰ ਕੰਟਰੀ ਦੀ ਅਲੱਗ-ਅਲੱਗ ਹੋ ਸਕਦੀ ਹੈ। ਲੇਕਿਨ ਪੂਰੀ ਦੁਨੀਆ ਦੀ ਇੱਕ ਵਾਇਰਸ ਵੀ ਇਹੋ ਜਿਹੀ ਹੋ ਸਕਦੀ ਹੈ ਜਿਹੜੀ ਕਿ ਪਿਛਲੇ 3-4-5 ਸਾਲ ਤੋਂ ਫੈਲੀ ਨਹੀਂ ਹੈ। ਤੇ ਜਦੋਂ ਉਹਦੇ ਅੰਦਰ ਉਹ ਜਿਹੇ ਲੋਕਾਂ ਦੀ ਗਿਣਤੀ ਬਹੁਤ ਹੋ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਉਸ ਵਾਇਰਸ ਦੀ ਇਮਿਊਨਿਟੀ ਨਹੀਂ ਹੈਗੀ, ਤਾਂ ਉਦੋਂ ਫਿਰ ਉਹ ਥੋੜੀ ਜ਼ਿਆਦਾ ਫੈਲਦੀ ਹੈ। ਉਦੋਂ ਆਪਾਂ ਕਹਿੰਦੇ ਨੇ ਵੀ ਫਲਾਣੀ ਵਾਇਰਸ ਦਾ ਫਲੂ ਹੈ। ਹੁਣ ਕਦੀ H1N1 ਕਹਿ ਦਿੰਦੇ ਹਾਂ, ਕਦੀ H5N1 ਕਹਿ ਦਿੰਦੇ ਹਾਂ, ਕਦੀ ਕਰੋਨਾ ਕਹਿ ਦਿੰਦੇ ਹਾਂ, ਕਦੀ ਆਪਾਂ ਕੋਈ ਅਲੱਗ-ਅਲੱਗ ਨਾਮ ਦੇ ਦਿੰਦੇ ਹਾਂ। ਸੋ ਉਹਨਾਂ ਦੀ ਜਿਹੜੀ ਪ੍ਰਚੰਡਤਾ ਉਹ ਅਲੱਗ-ਅਲੱਗ ਹੈ। ਇਸੇ ਤਰ੍ਹਾਂ ਜਿਹੜੀ ਡੇਂਗੂ ਦੀ ਵਾਇਰਸ ਹੈ ਉਹ ਮੱਛਰ ਰਾਹੀਂ ਫੈਲਦੀ ਹੈ। ਦੇਖੋ ਜ਼ੁਕਾਮ ਨਹੀਂ ਹੁੰਦਾ, ਬੁਖਾਰ ਹੁੰਦਾ ਬਹੁਤ ਜ਼ਿਆਦਾ, ਤੇ ਉਹਦੇ ਵਿੱਚ ਵੀ ਆਹੀ ਵਰਤਾਰਾ ਹੁੰਦਾ ਕਿ ਸਰੀਰ ਦੇ ਅੰਦਰ ਜਿਹੜਾ ਖੂਨ ਦੀਆਂ ਨਾੜਾਂ ਨੇ ਉਹਦੇ ਅੰਦਰ ਉਹ ਵਾਇਰਸ ਖਾਸ ਕਰਕੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ, ਜਿਹਦੇ ਕਰਕੇ ਡੇਂਗੂ ਵਿੱਚ ਇਹ ਜਿਹੜਾ ਸੈੱਲ ਘਟਣ ਦਾ ਵਰਤਾਰਾ ਹੈ ਬਹੁਤ ਜ਼ਿਆਦਾ ਹੈ ਬਾਕੀ ਵਾਇਰਲ ਫੀਵਰ ਦੇ ਮੁਕਾਬਲੇ 'ਚ। ਲੇਕਿਨ ਸਾਰੇ ਵਾਇਰਲ ਫੀਵਰਾਂ 'ਚ ਸੈੱਲ ਘਟਦੇ ਆ। ਇਸ ਕਰਕੇ ਬਾਕੀ ਵਾਇਰਲ ਫੀਵਰਾਂ 'ਚ ਬਹੁਤੀ ਡਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਸੈੱਲ ਇੱਕ ਸੀਮਾ ਤੱਕ ਘਟਦੇ ਆ। ਜਦ ਤੱਕ ਸੀਮਾ ਉਹ ਪਹੁੰਚਦੀ ਹੈ ਖਤਰਨਾਕ ਲੈਵਲ ਤੱਕ, ਤਦ ਤੱਕ ਅਸੀਂ ਸਾਡੀ ਬੋਡੀ ਇਮਿਊਨਿਟੀ ਕ੍ਰੀਏਟ ਕਰ ਲੈਂਦੀ ਹੈ। ਇਸ ਕਰਕੇ ਉਹ ਖਤਰਨਾਕ ਲੈਵਲ ਤੇ ਨਹੀਂ ਪਹੁੰਚਦੀ। ਡੇਂਗੂ ਬੁਖਾਰ ਇੱਕ ਇਹੋ ਜਿਹਾ ਬੁਖਾਰ ਹੈ ਜਿੱਥੇ ਬਹੁਤ ਤੇਜ਼ੀ ਨਾਲ ਉਹ ਖਤਰਨਾਕ ਲੈਵਲ ਤੇ ਪਹੁੰਚ ਜਾਂਦੀ ਹੈ, ਜਿਹੜੀ ਕਿ 25,000 ਤੋਂ ਵੀ ਥੱਲੇ ਪਹੁੰਚ ਜਾਂਦੀ ਹੈ। ਉਹ ਕਿਉਂ ਪਹੁੰਚਦੀ ਹੈ? ਕਿਉਂਕਿ ਸਾਡੀਆਂ ਖੂਨ ਦੀਆਂ ਨਾੜਾਂ ਦੇ ਅੰਦਰ ਉਹ ਵਾਇਰਸ ਬਹੁਤ ਤੇਜ਼ੀ ਨਾਲ ਮਲਟੀਪਲਾਈ ਕਰ ਰਹੀ ਹੈ, ਉੱਥੇ ਸੋਜਿਸ਼ ਹੋ ਰਹੀ ਹੈ, ਤੇ ਖਤਰਾ ਪੈ ਗਿਆ ਸਰੀਰ ਨੂੰ ਕਿ ਇਹ ਜਿਹੜੀ ਨਾੜ ਸੁੱਜ ਕੇ ਜਿਹੜੀ ਉਹ ਖੂਨ ਦੀ ਨਾੜ ਕਮਜ਼ੋਰ ਹੋ ਜਾਏਗੀ। ਜਿੱਥੇ ਵੀ ਸੁੱਜ ਜਾਏਗਾ ਉੱਥੇ ਕੀ ਹੋਏਗਾ, ਉਹ ਜਿਹੜੀ ਲਚਕ ਹੈ, ਉਹਦੀ ਤਾਕਤ ਹੈ, ਉਹ ਘਟ ਗਈ, ਉਹਦੇ ਅੰਦਰ ਖੂਨ ਬਹਿਣ ਦਾ ਸੰਭਾਵਨਾ ਬਣ ਗਈ। ਤਾਂ ਸਰੀਰ ਨੂੰ ਭੱਜਣਾ ਪੈ ਜਾਂਦੀਆਂ ਨੇ, ਕੁਦਰਤ ਨੂੰ ਭੱਜਣਾ ਪੈ ਜਾਂਦੇ ਨੇ ਕਿ ਹੁਣ ਜਿਹੜਾ ਸਰੀਰ ਹੈ ਉਹਦੇ ਜੇ ਕਿਤੇ ਵੀ ਨਾੜ ਫਟ ਗਈ ਤਾਂ ਮੌਤ ਹੋ ਸਕਦੀ ਹੈ, ਬੰਦਾ ਮਰ ਸਕਦਾ ਹੈ। ਤਾਂ ਸਰੀਰ ਲਗਾਤਾਰ ਉਹਨੂੰ ਕੋਸ਼ਿਸ਼ ਕਰਦਾ ਕਿ ਉਹ ਜਿਹੜੀ ਨਾੜ ਦੇ ਵਿੱਚ ਵਾਇਰਸ ਜਿੱਥੇ ਵੀ ਨੁਕਸਾਨ ਕਰ ਰਹੀ ਹੈ ਉਹਦੇ ਅੰਦਰ ਉਹ ਇੱਕ ਲਿਕ ਤਹਿ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉੱਥੋਂ ਉਹ ਬਲੱਡ ਵੈਸਲ ਟੁੱਟੇ ਨਾ। ਤੇ ਉਹ ਕਾਹਦੇ ਨਾਲ ਕਰਦਾ? ਪਲੇਟਲੈਟਸ ਨਾਲ। ਇਸ ਕਰਕੇ ਪਲੇਟਲੈਟ ਇੱਕਦਮ ਯੂਜ਼ ਹੋ ਜਾਂਦੀਆਂ ਨੇ, ਇੱਕਦਮ ਬਣ ਸਕਦੀਆਂ ਨਹੀਂ ਹੈ, ਨਵੀਆਂ ਬਣਨੀਆਂ ਹੁੰਦੀਆਂ ਨੇ। ਇਸ ਕਰਕੇ ਉਹ ਜਿਹੜਾ ਵਰਤਾਰਾ ਖਤਰਨਾਕ ਲਿਮਟ ਤੇ ਪਹੁੰਚ ਜਾਂਦਾ ਹੈ। ਤੇ ਮੈਂ ਇਸ ਗੱਲ ਨੂੰ ਫਿਰ ਰਿਪੀਟ ਕਰਦਾ, ਕਿਉਂ ਹੁੰਦਾ ਵਰਤਾਰਾ ਇਹ? ਕਿਉਂਕਿ ਪਲੇਟਲੈਟ ਕੁਦਰਤ ਵਰਤ ਲੈਂਦੀ ਹੈ ਉਸ ਪ੍ਰਾਣੀ ਨੂੰ ਬਚਾਉਣ ਵਾਸਤੇ, ਉਸ ਬੰਦੇ ਨੂੰ ਬਚਾਉਣ ਵਾਸਤੇ। ਕਿਉਂ ਭੱਜਣਾ ਪੈ ਗਈਆਂ? ਕਿਉਂਕਿ ਉਸ ਵਾਇਰਸ ਨੇ ਖੂਨ ਦੀਆਂ ਝਿੱਲੀ ਦੀਆਂ ਅੰਦਰਲੀ ਤਹਿ ਨੂੰ ਨੁਕਸਾਨ ਪਹੁੰਚਾਇਆ, ਤੇ ਸੰਭਾਵਨਾ ਬਣ ਗਈ ਕਿ ਇਹ ਬੰਦਾ ਮਰ ਸਕਦਾ ਹੈ, ਮੌਤ ਕਰ ਹੋ ਸਕਦੀ ਹੈ। ਕੁਦਰਤ ਜਿਹੜੀ ਹੈ ਪ੍ਰੋ ਸਰਵਾਈਵਲ ਹੈ। ਜਿੱਥੇ ਵੀ ਕਿਤੇ ਮੌਤ ਦਾ ਡਰ ਆ ਜਾਂਦਾ ਹੈ ਤਾਂ ਉੱਥੇ ਕੁਦਰਤ ਨੂੰ ਪੂਰੀ ਵਾਹ ਲਾ ਦਿੰਦੀ ਹੈ ਕਿ ਮੌਤ ਨਹੀਂ ਹੋਣ ਦੇਣੀ। ਤਾਂ ਉਹ ਜਿਹੜੀ ਉਸ ਵਾਹ ਦਾ ਹਿੱਸਾ ਕੀ ਹੈ ਕਿ ਪਲੇਟਲੈਟਸ ਨੂੰ ਵਰਤ ਕੇ ਕੁਦਰਤ ਉਹ ਜਿਹੜੀ ਖੂਨ ਦੀ ਨਾੜੀ ਕਮਜ਼ੋਰ ਹੋਈ ਜਿੱਥੋਂ ਉੱਥੋਂ ਉਹਦੇ ਅੰਦਰ ਇੱਕ ਤਹਿ ਜਮਾਉਣ ਦੀ ਕੋਸ਼ਿਸ਼ ਕਰਦੀ ਤਾਂ ਕਿ ਇੱਥੋਂ ਟੁੱਟੇ ਨਾ ਹੋ, ਫਟੇ ਨਾ, ਖੂਨ ਨਾ ਨਿਕਲੇ। ਤਾਂ ਉਹ ਜਿਹੜੇ ਪਲੇਟਲੈਟਸ ਨੇ ਇੱਕਦਮ ਵਰਤੀਆਂ ਜਾਂਦੀਆਂ ਨੇ ਸਡਨਲੀ, ਤਾਂ ਉਹਦੇ 'ਚ ਉਹ ਜਿਹੜੀ ਉਹਨੀਆਂ ਬਣ ਰਹੀ ਪਈਆਂ ਨਹੀਂ ਤਾਂ ਉਹ ਘਾਟ ਪੈ ਜਾਂਦੀ ਹੈ। ਬਸ ਸਾਡਾ ਰੋਲ ਕੀ ਹੁੰਦਾ, ਅਸੀਂ ਉਸ ਵਰਤਾਰੇ ਨੂੰ ਫੰਗਸ ਜਿਹੜਾ ਵਾਇਰਸ ਦਾ ਵਰਤਾਰਾ ਉਹਨੂੰ ਥੋੜਾ ਜਿਹਾ ਉਹਦਾ ਪ੍ਰਕੋਪ ਧੀਮਾ ਕਰ ਦਈਏ, ਲੋ ਕਰ ਦਈਏ, ਉਹਨੇ ਚ ਬਾਕੀ ਸਰੀਰ ਹੋਰ ਬਣਾ ਲੈਂਦਾ ਵਾਇਰਸ ਪਲੇਟਲੈਟਸ। ਯਾਨੀ ਕਿ ਬਣਨ ਦੀ ਸਪੀਡ ਤੇ ਵਰਤੇ ਜਾਣ ਦੀ ਸਪੀਡ 'ਚ ਬਹੁਤ ਜ਼ਿਆਦਾ ਅੰਤਰ ਪੈ ਜਾਂਦਾ ਹੈ। ਉਸ ਕਰਕੇ ਸੈੱਲ ਜਿਹੜੇ ਖਤਰਨਾਕ ਲੈਵਲ ਤੇ ਘਟ ਜਾਂਦੇ ਆ। ਉਹ ਜੇ ਅਸੀਂ ਇਹੋ ਜਿਹਾ ਕੋਈ ਤਰੀਕਾ ਅਪਣਾ ਲਈਏ ਜਿਹਦੇ ਨਾਲ ਕਿ ਸਾਡੇ ਵਾਇਰਸ ਦਾ ਪ੍ਰਕੋਪ ਥੋੜਾ ਜਿਹਾ ਘਟ ਜਾਵੇ, ਜਾਂ ਸਰੀਰ ਦੀਆਂ ਪਲੇਟਲੈਟਸ ਵਧਣ ਦਾ ਵਰਤਾਰਾ ਥੋੜਾ ਜਿਹਾ ਵੱਧ ਜਾਵੇ, ਤਾਂ ਉਹ ਜਿਹੜਾ ਗੈਪ ਆ ਗਿਆ ਬਣਨ ਤੇ ਵਰਤੇ ਜਾਣ 'ਚ, ਉਹ ਗੈਪ ਘਟ ਜਾਂਦਾ ਹੈ ਤੇ ਅਸੀਂ ਫ੍ਰੀ ਹੋ ਜਾਂਦੇ ਹਾਂ। ਇਹ ਜਿਹੜਾ ਵਰਤਾਰਾ ਇਹਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਇਹੋ ਜਿਹੇ ਮਈਅਰ ਲੈਣੇ ਹੁੰਦੇ ਆ ਜਿਹੜੇ ਅਸੀਂ ਉਹ ਸਾਡੇ ਕੋਲ ਤਰੀਕੇ ਹੈਗੇ ਆ। ਐਲੋਪੈਥੀ ਕੋਲ ਕੋਈ ਤਰੀਕੇ ਨਹੀਂ, ਤਾਂ ਹੀ ਐਲੋਪੈਥੀ ਨੇ ਕੀ ਕੀਤਾ, ਉਹ ਬਲੱਡ ਚੋਂ ਉਹਨਾਂ ਪਲੇਟਲੈਟ ਦੇ ਕਨਸੈਂਟਰੇਟ ਬਣਾ ਕੇ ਪਲੇਟਲੈਟਸ ਜਿਹੜੀ ਨੇ ਉਹਨੂੰ ਚੜਾਉਂਦੇ ਆ। ਉਹਨਾਂ ਕੋਲੇ ਹੋਰ ਕੋਈ ਤਰੀਕਾ ਉਹਨਾਂ ਨੂੰ ਨਹੀਂ ਲੱਭਿਆ ਕਿ ਕਿਸ ਢੰਗ ਦੇ ਨਾਲ ਉਹ ਪਲੇਟਲੈਟਸ ਦੀ ਵਰਤੋਂ ਦੀ ਸਪੀਡ ਘਟਾ ਦੇਣ ਜਾਂ ਪਲੇਟਲੈਟ ਦਾ ਬਣਨ ਦੀ ਸਪੀਡ ਵਧਾ ਦੇਣ। ਉਹ ਇਹੋ ਜਿਹਾ ਕੋਈ ਤਰੀਕਾ ਨਹੀਂ ਉਹਨਾਂ ਕੋਲ। ਇਹ ਤਰੀਕੇ ਸਾਨੂੰ ਸਾਡੇ ਆਯੁਰਵੇਦ ਨੇ ਜਾਂ ਸਾਡੇ ਪੁਰਾਣੀ ਵਿਜ਼ਡਮ ਨੇ ਸਿਖਾਏ ਹੋਏ ਆ, ਉਹ ਵੀ ਕੀਤਾ ਜਾ ਸਕਦਾ। ਤਾਂ ਇਸ ਕਰਕੇ ਇੱਕ ਗੱਲ ਜਿਹੜੀ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਸਾਰੇ ਵਾਇਰਲ ਫੀਵਰ ਦੇ ਅੰਦਰ ਪਲੇਟਲੈਟਸ ਘਟਦੇ ਆ, ਸਾਰਿਆਂ ਦੇ ਸਾਰਿਆਂ 'ਚ, ਚਾਹੇ ਸਿੰਪਲ ਤੋਂ ਸਿੰਪਲ ਜ਼ੁਕਾਮ ਹੋਵੇ
ਪਲੇਟਲੈਟਸ ਵਰਤੇ ਜਾਂਦੇ ਤੇਜ਼ੀ ਨਾਲ, ਇਸ ਕਰਕੇ ਉਹ ਘਟ ਜਾਂਦੇ ਆ। ਇਸ ਕਰਕੇ ਸਾਨੂੰ ਬੁਖਾਰ 'ਚ ਉਹ ਮੇਜਰ ਲੈਣੇ ਹੁੰਦੇ ਆ ਕਿ ਜਿਹਦੇ ਨਾਲ ਵਾਇਰਸ ਦਾ ਪ੍ਰਕੋਪ ਥੋੜਾ ਜਿਹਾ ਸਲੋ ਹੋ ਜਾਵੇ ਤੇ ਸਾਡੀ ਸਿਹਤ ਜਿਹੜੀ ਆ ਥੋੜੀ ਉੱਪਰ ਹੋ ਜਾਵੇ। ਬਸ ਇੰਨਾ ਹੀ ਆ। 19-21 ਦਾ ਬੈਲੈਂਸ ਜਿਹੜਾ ਉਹ ਜੇ ਅਸੀਂ 19 ਰਹਿ ਗਏ ਆ, ਵਾਇਰਸ 21 ਹੋ ਰਹੀ ਹੈ, ਤਾਂ ਉਹ ਜਿਹੜੀ ਵਾਇਰਸ ਤੇਜ਼ੀ ਨਾਲ ਜਿਹੜੀ ਪਲੇਟਲੈਟਸ ਨੂੰ ਵਰਤ ਰਹੀ ਹੈ, ਜਾਂ ਵਾਇਰਸ ਕਰਕੇ ਪਲੇਟਲੈਟ ਵਰਤਣੇ ਪੈ ਰਹੇ ਆ, ਅਸੀਂ 19 ਰਹਿ ਗਏ, ਥੋੜੇ ਥੱਲੇ ਰਹਿ ਗਏ। ਅਸੀਂ ਬਸ ਇੰਨਾ ਕਿ ਟਿਲਟ ਮਾਰਨੀ ਹੁੰਦੀ ਕਿ ਅਸੀਂ 21 ਹੋਣਾ ਹੈ। ਜੇ ਅਸੀਂ 21 ਆ ਤਾਂ ਜਿਹੜੇ ਪਲੇਟਲੈਟ ਵਰਤੇ ਜਾਣਗੇ ਉਹਨਾਂ ਦੀ ਗਿਣਤੀ ਤੇ ਬਣਨ ਦੀ ਗਿਣਤੀ 'ਚ ਜਿਹੜਾ ਗੈਪ ਹੈ ਉਹ ਘਟ ਜਾਏਗਾ ਤੇ ਅਸੀਂ ਸੇਫ ਹੋ ਜਾਵਾਂਗੇ। तो ये कितने कितने इस वरतारे ਨੂੰ ਸਮਝਣ ਦੀ ਲੋੜ ਹੈ। ਪਲੇਟਲੈਟਸ ਦੇ ਨੂੰ ਸੈੱਲ ਘਟਣ ਦਾ ਮਤਲਬ ਪਲੇਟਲੈਟਸ ਘਟਣਾ, ਪਲੇਟਲੈਟ ਘਟਣ ਦਾ ਮਤਲਬ ਵਾਇਰਲ ਫੀਵਰਸ। ਹੁਣ ਵਾਇਰਲ ਫੀਵਰ ਤੋਂ ਬਿਨਾਂ ਵੀ ਬਹੁਤ ਲੋਕਾਂ ਦੇ ਕੋਲ ਪਲੇਟਲੈਟ ਘੱਟ ਆ ਰਹੇ ਆ, ਉਹਦੀ ਵੀ ਥੋੜੀ ਗੱਲ ਕਰ ਲੈਣੇ, ਪਰ ਉਹ ਖਤਰਨਾਕ ਲੈਵਲ ਦੇ ਨਹੀਂ ਹੁੰਦੇ। ਉਹ ਪਲੇਟਲੈਟ ਕਿਉਂ ਘਟਦੇ ਆ ਉਹਦਾ ਕੋਈ ਬਹੁਤ ਕਿਸੇ ਨੂੰ ਸਮਝ ਨਹੀਂ ਆ ਰਿਹਾ ਹਾਲੇ ਤੱਕ, ਪਰ ਮੇਰਾ ਜਿਸ ਤੱਕ ਖਿਆਲ ਹੈ ਕਿ ਉਹਦੇ ਅੰਦਰ ਇਮਿਊਨਿਟੀ ਘਟਣ ਕਰਕੇ ਸਾਡੇ ਅੰਦਰ ਜਿਹੜਾ ਵਰਤਾਰਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਕੋਈ ਨਾ ਕੋਈ ਵਾਇਰਸ ਆਉਂਦੀ ਜਾਂਦੀ ਰਹਿੰਦੀ ਜ਼ਿਆਦਾ ਨਵੀਂ ਤੋਂ ਨਵੀਂ, ਉਹਦੇ ਕਰਕੇ ਉਹ ਵਰਤਾਰਾ ਚੱਲਦਾ ਰਹਿੰਦਾ ਕਿਤੇ ਨਾ ਕਿਤੇ। ਤੇ ਜੇ ਅਸੀਂ ਆਪਣੀ ਇਮਿਊਨਿਟੀ ਇੰਪਰੂਵ ਕਰ ਲਈਏ ਤੇ ਸਿਹਤ ਠੀਕ ਕਰ ਲਈਏ, ਜਿਹੜੀ ਆਪਾਂ ਗੱਲ ਜਿਹੜੀ ਕਰਦੇ ਹਾਂ ਅਕਸਰ, ਤੇ ਅੱਜ ਵੀ ਥੋੜੀ ਐਂਡ 'ਚ ਕਰਾਂਗੇ ਕਿ ਕਿਵੇਂ ਆਪਾਂ ਸੈੱਲਾਂ ਦੇ ਘਟਣ ਦੇ ਵਰਤਾਰੇ ਨੂੰ ਰੋਕ ਸਕਦੇ ਹਾਂ, ਤਾਂ ਨਾਲ ਦੀ ਉਹ ਵੀ ਠੀਕ ਹੋ ਜਾਣਗੇ। ਇਸ ਕਰਕੇ ਜਿਹੜੀ ਸੈੱਲ ਘਟਣ ਦਾ ਵਰਤਾਰਾ ਹੈ ਇਹਨੂੰ ਆਪਾਂ ਸਮਝਣਾ ਬਹੁਤ ਜ਼ਰੂਰੀ ਹੈ। ਵਾਇਰਸਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਵਾਇਰਸਿਸ ਕੀ ਚੀਜ਼ ਨੇ। ਵਾਇਰਸਿਸ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਵਾਇਰਸਿਸ ਕੋਈ ਬਾਹਰੀ ਚੀਜ਼ ਨਹੀਂ ਹੈਗੀਆਂ। ਵਾਇਰਸਿਸ ਸਾਡੇ ਸਰੀਰ ਜਾਂ ਸਾਡੇ ਆਲੇ ਦੁਆਲੇ ਹੋਰ ਮਨੁੱਖਾਂ ਦੇ ਸਰੀਰ ਜਾਂ ਜਾਨਵਰਾਂ ਦੇ ਸਰੀਰ 'ਚ ਰਹਿੰਦੀਆਂ ਨੇ। ਸਾਡੇ ਆਲੇ ਦੁਆਲੇ ਨਿੱਕਾ ਜਾਨਵਰ ਨੇ, ਗਾਵਾਂ ਨੇ, ਮੱਝਾਂ ਨੇ, ਕੁੱਤੇ ਨੇ, ਬਿੱਲੀਆਂ ਨੇ, ਚੂਹੇ ਨੇ ਜਾਂ ਹੋਰ ਨਿੱਕੇ ਮੋਟੇ ਜਾਨਵਰ ਨੇ। ਵਾਇਰਸ ਹਰ ਜੀਵ ਦਾ ਪਾਰਟ ਹੁੰਦੀ ਹੈ। ਹਰ ਕੋਈ ਵੀ ਚੀਜ਼ ਜਿਹੜੀ ਜਿਉਂਦੀ ਹੈ, ਬੈਕਟੀਰੀਆ ਤੋਂ ਲੈ ਕੇ ਮਨੁੱਖ ਤੱਕ, ਛੋਟੇ ਘਾਹ ਤੋਂ ਲੈ ਕੇ ਵੱਡੇ ਦਰਖਤ ਤੱਕ, ਹਰ ਪ੍ਰਾਣੀ, ਹਰ ਜੀਵ ਦੇ ਅੰਦਰ ਵਾਇਰਸਿਸ ਹੁੰਦੀਆਂ ਨੇ। ਕਰੋੜਾਂ ਕਰੋੜ ਵਾਇਰਸਿਸ ਨੇ, ਕਰੋੜਾਂ ਦੀ ਗਿਣਤੀ 'ਚ। ਇਸ ਕਰਕੇ ਵਾਇਰਸ ਕੋਈ ਬਾਹਰੀ ਚੀਜ਼ ਨਹੀਂ ਹੈ। ਵਾਇਰਸ ਸਾਡਾ ਜੀਵਨ ਦਾ ਹਿੱਸਾ ਹੈ, ਕਿਉਂਕਿ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਲਗਾਤਾਰ ਬਣਨੀ ਚਾਹੀਦੀ ਹੈ, ਲਗਾਤਾਰ ਪ੍ਰਚੰਡ ਰਹਿਣੀ ਚਾਹੀਦੀ ਹੈ। ਜਦੋਂ ਅਸੀਂ ਉਸ ਗੱਲ 'ਚ ਮਾਰ ਖਾ ਜਾਂਦੇ ਹਾਂ ਤਾਂ ਉਦੋਂ ਅਸੀਂ ਬਿਮਾਰ ਹੁੰਦੇ ਹਾਂ। ਬਿਮਾਰ ਹੋਣਾ ਵੀ ਦੋ ਧਾਰੀ ਤਲਵਾਰ ਹੈ। ਛੋਟੀ ਮੋਟੀ ਬਿਮਾਰੀ ਸਾਨੂੰ ਕੁਦਰਤ ਕਰਦੀ ਹੈ, ਸਾਨੂੰ ਸਾਡੀ ਇਮਿਊਨਿਟੀ ਨੂੰ ਵਧਾਉਣ ਲਈ ਸਾਡਾ ਟੀਕਾਕਰਨ ਹੈ। ਉਹ ਜ਼ੁਕਾਮ ਸਾਡਾ ਟੀਕਾਕਰਨ ਹੈ, ਕੁਦਰਤੀ ਟੀਕਾਕਰਨ ਹੈ। ਜ਼ੁਕਾਮ ਹੋਣਾ ਬਹੁਤ ਹੀ ਸੁੰਦਰ ਗੱਲ ਹੈ। ਜ਼ੁਕਾਮ ਜਿਹਨੂੰ ਹੋ ਜਾਵੇ, ਮੈਂ ਕਿੰਨੇ ਮਰੀਜ਼ ਦੇਖੇ ਆ, ਉਹਨਾਂ ਦੇ ਅਕਸਰ ਹੁੰਦੀ ਹੈ ਕਿ ਡਾਕਟਰ ਸਾਹਿਬ ਜੀ ਪਹਿਲਾਂ ਤਾਂ ਜ਼ੁਕਾਮ ਹੁੰਦਾ ਸੀਗਾ, ਛਿੱਕਾਂ ਆਉਂਦੀਆਂ ਸੀਗੀਆਂ, ਮੁੜ ਕੇ ਛਿੱਕਾਂ ਬੰਦ ਹੋ ਗਈਆਂ ਤੇ ਦਮਾ ਹੋ ਗਿਆ, ਫੇਫੜੇ ਖਰਾਬ, ਛਿੱਕਾਂ ਘੱਟ ਆਉਣਗੀਆਂ ਜਾਂ ਨਹੀਂ ਆਉਣਗੀਆਂ। ਜਿਹਨਾਂ ਕੋਲ ਛਿੱਕਾਂ ਜ਼ਿਆਦਾ ਹੁੰਦੀਆਂ ਉਹਦੇ ਫੇਫੜੇ ਖਰਾਬ ਨਹੀਂ ਹੋਣਗੇ। ਤਾਂ ਜਿਹੜੀ ਇਹ ਜ਼ੁਕਾਮ ਦਾ ਵਰਤਾਰਾ ਹੈ, ਛਿੱਕਾਂ ਦਾ ਵਰਤਾਰਾ ਹੈ, ਥੋੜੀ ਬਹੁਤੀ ਖਾਂਸੀ ਦਾ ਵਰਤਾਰਾ ਹੈ, ਥੋੜੇ ਬਹੁਤੇ ਕਦੇ ਬੁਖਾਰ ਹੋਣ ਦਾ ਵਰਤਾਰਾ ਹੈ, ਇਹ ਸਾਰਾ ਵਰਤਾਰਾ ਸਾਡੇ ਜਿਹੜੇ ਜ਼ਰੂਰੀ ਅੰਗ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਦੇ ਹਾਂ, ਫੇਫੜੇ ਆ ਸਾਡੇ, ਦਿਲ ਹੈ ਸਾਡਾ, ਅੰਦਰੂਨੀ ਅੰਗ ਨੇ, ਉਹਨਾਂ ਨੂੰ ਬਚਾਉਣ ਵਾਸਤੇ ਕੁਦਰਤ ਜਿਹੜਾ ਟੀਕਾਕਰਨ ਕਰਦੀ ਹੈ, ਉਹਦੇ ਅੰਦਰ ਇਹ ਸਾਰੀਆਂ ਅਲਾਮਤਾਂ ਹੁੰਦੀਆਂ ਨੇ। ਉਹਦੇ ਅੰਦਰ ਜ਼ੁਕਾਮ ਵੀ ਹੁੰਦਾ, ਉਹ ਵੀ ਟੀਕਾਕਰਨ ਹੈ। ਗਲ ਦੇ ਵਿੱਚ ਸਾਡੀਆਂ ਵਾਇਰਸ ਜਦੋਂ ਫੈਲਦੀਆਂ ਨੇ ਤਾਂ ਸਾਡਾ ਟੀਕਾਕਰਨ ਹੋ ਰਿਹਾ, ਸਾਡੀ ਇਮਿਊਨਿਟੀ ਉੱਪਰ ਹੋ ਰਹੀ ਹੈ। ਯਾਨੀ ਕਿ ਇਹ ਹੁਣ ਜਿਹੜੀ ਵਾਇਰਸ ਐਤਕੀ ਫੈਲ ਗਈ ਹੈ, ਤੁਸੀਂ ਦੇਖੋ ਇਹ ਕਮਾਲ ਦੀ ਕਿੱਥੋਂ ਸਾਇੰਸ ਕੱਢ ਲਿਆਉਂਦੇ ਆ। ਹੁਣ ਉਹਦਾ ਟੀਕਾਕਰਨ ਬਣਾਉਣ ਦੀ ਹੋਣੀ ਕੋਸ਼ਿਸ਼, ਜਿਹੜੀ ਵਾਇਰਸ ਫੈਲ ਗਈ ਉਹਦਾ ਟੀਕਾਕਰਨ ਕੀ ਬਣਾਓਗੇ ਤੁਸੀਂ? ਉਹ ਤਾਂ ਆਲਰੇਡੀ ਉਹਦਾ ਜਿਹੜਾ ਪ੍ਰਕੋਪ ਸੀਗਾ ਬਹੁਤ ਜ਼ਿਆਦਾ, ਉਹ ਤਾਂ ਆਲਰੇਡੀ ਫੈਲ ਚੁੱਕੀ। ਉਹਦਾ ਟੀਕਾਕਰਨ ਬਣਾਓ ਨਾ ਬਣਾਓ, ਉਹ ਜੇ ਨਵੀਂ ਕਿਤੇ ਆਈ ਵੀ, ਜੇ ਤੁਸੀਂ ਕਹਿੰਦੇ ਨਵੀਂ ਆਈ ਹੈ ਤਾਂ ਉਹ ਤਾਂ ਆਲਰੇਡੀ ਟੀਕਾਕਰਨ ਕਰ ਗਈ ਹੋਈ ਹੈ ਆਲਰੇਡੀ, ਉਹਨੇ ਸਾਨੂੰ ਟੀਕਾਕਰਨ ਕਰ ਦੇਣਾ ਆਪੇ ਹੀ। ਸੋ ਇਸ ਕਰਕੇ ਟੀਕਾਕਰਨ ਕੁਦਰਤ ਸਭ ਤੋਂ ਵਧੀਆ ਟੀਕਾਕਰਨ ਕਰਦੀ ਹੈ। ਇਸ ਕਰਕੇ ਟੀਕਾਕਰਨ ਲਫ਼ਜ਼ ਜਿਹੜਾ ਉਹ ਟੀਕਿਆਂ ਵਾਸਤੇ ਨਹੀਂ ਵਰਤਣਾ ਚਾਹੀਦਾ, ਗਲਤ ਲਫ਼ਜ਼ ਆ। ਸਭ ਤੋਂ ਵੱਡਾ ਟੀਕਾਕਰਨ ਕੁਦਰਤ ਕਰਦੀ ਹੈ। ਕੁਦਰਤ ਆਪਣੇ ਆਪ ਅੰਦਰ ਉਹ ਜਿਹੜੇ ਜੀਵ, ਕੋਈ ਨਵੀਂ ਵਾਇਰਸ ਹੁੰਦੀ ਹੈ ਜਾਂ ਜਿਹੜੀ ਵਾਇਰਸ ਪ੍ਰਤੀ ਸਾਡੀ ਇਮਿਊਨਿਟੀ ਘੱਟ ਹੈ, ਉਹ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ ਅੱਡ ਢੰਗਾਂ ਨਾਲ ਸਾਨੂੰ ਮਾੜੇ ਮੋਟੇ ਫੋੜੇ ਫੇਸੀ ਕਰਕੇ, ਸਾਨੂੰ ਮਾੜਾ ਮੋਟਾ ਜ਼ੁਕਾਮ ਕਰਕੇ, ਮਾੜਾ ਮੋਟਾ ਪੇਟ ਖਰਾਬ ਕਰਕੇ, ਉਹ ਜਿਹੜਾ ਸਾਡਾ ਟੀਕਾਕਰਨ ਹੁੰਦਾ ਰਹਿੰਦਾ। ਸੋ ਇਸ ਕਰਕੇ ਉਹਨਾਂ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ। ਸਿਰਫ ਇੱਕੋ ਗੱਲ ਤੋਂ ਡਰਨਾ ਹੁੰਦਾ ਕਿ ਮੈਨੂੰ ਇਹੋ ਜਿਹੀ ਬਿਮਾਰੀ ਨਾ ਲੱਗੇ ਜਿਹੜੀ ਮੈਨੂੰ ਮਾਰੂ ਸਾਬਤ ਹੋ ਜਾਵੇ, ਜਿਹੜੀ ਮੈਨੂੰ ਬਹੁਤ ਲੰਬਾ ਸਮਾਂ ਜਾਂ ਗੰਭੀਰ ਰੂਪ 'ਚ ਬਿਮਾਰ ਕਰੇ। ਤੇ ਉਹ ਅਸੀਂ ਕਰ ਸਕਦੇ ਹਾਂ ਜੇ ਅਸੀਂ ਚੇਤੰਨ ਹਾਂ, ਜੇ ਅਸੀਂ ਬਿਮਾਰੀਆਂ ਨੂੰ ਸਮਝਦੇ ਹਾਂ, ਜੇ ਅਸੀਂ ਆਪਣੇ ਸਰੀਰ ਨੂੰ ਸਮਝਦੇ ਹਾਂ, ਜੇ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਸਮਝਦੇ ਹਾਂ।
ਇਸ ਕਰਕੇ ਜਿਹੜੀ ਲੋੜ ਹੈ ਉਹਦੇ ਸੈੱਲਾਂ ਬਾਰੇ ਜਾਂ ਵਾਇਰਸਿਸ ਬਾਰੇ ਬਹੁਤੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਚਿੰਤਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਤੰਦਰੁਸਤ ਕਿਵੇਂ ਰਹਿਣਾ, ਆਪਣੇ ਸਰੀਰ ਨੂੰ ਪ੍ਰਚੰਡ ਕਿਵੇਂ ਰੱਖਣਾ ਹੈ। ਜਦੋਂ ਵੀ ਅਸੀਂ ਯਾਦ ਰੱਖਣਾ, ਬਾਰ-ਬਾਰ ਆਪਣੇ ਆਪ ਨੂੰ ਯਾਦ ਕਰਾਉਣਾ ਹੈ ਕਿ ਮੈਂ ਬਿਮਾਰ ਹੋਊਂਗਾ ਤਾਂ ਕਿਸੇ ਵਾਇਰਸ ਬੈਕਟੀਰੀਆ ਕਰਕੇ ਬਿਮਾਰ ਨਹੀਂ ਹੋਊਂਗਾ। ਗੰਭੀਰ ਬਿਮਾਰੀ ਦੀ ਗੱਲ ਕਰਦਾ ਮੈਂ। ਆਰਡਰੀ ਬਿਮਾਰੀ ਨੂੰ ਜੀ ਆਇਆਂ ਕਹਿਣਾ ਹੈ, ਆਮ ਬਿਮਾਰੀ ਨੂੰ ਜੀ ਆਇਆਂ ਕਹਿਣਾ। ਜ਼ੁਕਾਮ ਖਾਸ ਕਰਕੇ ਜ਼ੁਕਾਮ ਨੂੰ ਜੀ ਆਇਆਂ ਕਹਿਣਾ। ਜ਼ੁਕਾਮ ਆ ਗਿਆ ਜੀ ਆਇਆਂ, ਕਿਉਂਕਿ ਅੱਜ ਜ਼ੁਕਾਮ ਆਇਆ ਹਫ਼ਤੇ ਬਾਅਦ ਠੀਕ ਹੋ ਜਾਊਗਾ, ਮੁੜ ਕੇ ਸਾਲ ਦੀ ਚਿੰਤਾ ਨਿਬੜੀ। ਸਾਲ ਦੀ ਚਿੰਤਾ ਮੁੱਕੀ, ਮੁੜ ਕੇ ਕੁਝ ਨਹੀਂ ਹੁੰਦਾ ਇੱਕ ਸਾਲ। ਤੋ ਇਸ ਕਰਕੇ ਆਮ ਜੇ ਬਿਮਾਰੀ ਨੂੰ ਜੀ ਆਇਆਂ ਕਹਿਣਾ। ਗੰਭੀਰ ਬਿਮਾਰੀ ਤੋਂ ਬਚਣ ਲਈ ਆਪਣੇ ਅੰਦਰ ਦੀ ਜਿਹੜਾ ਅੰਦਰ ਸਾਡਾ ਡਾਕਟਰ ਬੈਠਾ ਉਹਨੂੰ ਸਟਰੋਂਗ ਕਰਨਾ, ਉਹਨੂੰ ਮਜ਼ਬੂਤ ਕਰਨਾ। ਉਹ ਮਜ਼ਬੂਤ ਕਰਨ ਲਈ ਸਾਨੂੰ ਕੁਝ ਕੰਮ ਕਰਨੇ ਪੈਂਦੇ ਆ, ਕੁਝ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਲਗਾਤਾਰ। ਕੁਝ ਚੀਜ਼ਾਂ ਲਗਾਤਾਰ ਕਰਨੀਆਂ ਪੈਂਦੀਆਂ ਨੇ। ਉਹ ਕੀ ਕਰਨੀਆਂ ਪੈਂਦੀਆਂ ਨੇ? ਆਪਾਂ ਬਾਰ-ਬਾਰ ਕਹਿੰਦੇ ਹਾਂ, ਗੱਲਾਂ ਉਹੀ ਨੇ ਕਿ ਵਧੀਆ ਭੋਜਨ ਖਾਣਾ ਹੈ, ਪਲਾਂਟ ਬੇਸਡ ਹੋਲ ਫੂਡ ਖਾਣਾ ਹੈ, ਦਵਾ ਪੌਦੇ ਸਾਡੇ ਆਲੇ ਦੁਆਲੇ ਨੂੰ ਦਾ ਇਸਤੇਮਾਲ ਕਰਨਾ ਹੈ। ਬਹੁਤ ਵਧੀਆ ਉੱਤਮ ਦਵਾ ਪੌਦੇ ਆ ਜਿਹੜੇ ਕਿਸੇ ਗੋਲੀਆਂ ਕੈਪਸੂਲ ਟੀਕਾਕਰਨ ਤੋਂ ਉੱਤਮ ਨੇ। ਉਹਨਾਂ ਦਾ ਇਸਤੇਮਾਲ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਰਨਾ ਹੈ। ਰੋਜ਼ਮर्रा ਦੀ ਜ਼ਿੰਦਗੀ 'ਚ ਅਜਵਾਇਣ ਦਾ ਇਸਤੇਮਾਲ, ਸੌਂਫ ਦਾ ਇਸਤੇਮਾਲ, ਜੀਰੇ ਦਾ ਇਸਤੇਮਾਲ, ਗਰਮ ਮਸਾਲਿਆਂ ਦਾ ਇਸਤੇਮਾਲ, ਤੁਲਸੀ, ਗਲੋ, ਐਲੋਵੇਰਾ, ਜੋ ਵੀ ਸਾਡੇ ਸਰੀਰ 'ਚ ਕਿਸੇ ਨਾ ਕਿਸੇ, ਨਿੰਮ, ਜੋ ਵੀ ਕਿਸੇ ਨਾ ਕਿਸੇ ਤਰੀਕੇ ਅਸੀਂ ਵਰਤ ਸਕਦੇ ਹਾਂ, ਉਹਨੂੰ ਆਪਣੇ ਰੂਟੀਨ ਦਾ ਹਿੱਸਾ ਬਣਾਉਣਾ। ਉਹ ਦਵਾ ਪੌਦੇ ਜਿਹੜੇ ਨੇ ਬਹੁਤ ਉੱਤਮ ਨੇ। ਤੀਜਾ ਹੈ ਸਰੀਰ ਨੂੰ ਸਖਤੀ ਨਾਲ ਵਰਤਣਾ, ਸ਼ੌਕ ਨਾਲ, ਚਾਅ ਨਾਲ ਸਰੀਰਕ ਕੰਮ ਕਰਨਾ। ਜੇ ਘਰ 'ਚ ਟੋਕਾ ਚਲਾਉਂਦਾ ਕੋਈ ਤਾਂ ਟੋਕਾ ਮੈਂ ਵੀ ਚਲਾਊਂਗਾ। ਜੇ ਕੋਈ ਭਾਰੀ ਕੰਮ ਹੈ ਮੈਂ ਵੀ ਕਰੂੰਗਾ। ਜੇ ਬਾਹਰ ਜਾਣਾ ਮੈਂ ਸਾਈਕਲ ਤੇ ਜਾਊਂਗਾ, ਦੌੜ ਕੇ ਜਾਊਂਗਾ। ਭੱਜਣਾ, ਦੌੜਨਾ, ਗੇਮਾਂ ਖੇਡਣੀਆਂ, ਰੱਸੀ ਟੱਪਣੀ, ਨੱਚਣਾ, ਹੱਸਣਾ, ਖੁੱਲ ਕੇ ਹੱਸਣਾ ਵੀ ਵਧੀਆ ਐਕਸਰਸਾਈਜ਼ ਹੈ। ਤੋ ਸਰੀਰਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਰੱਖਣਾ। ਜੇ ਨਹੀਂ ਕੋਈ ਹੈਗਾ ਤਾਂ ਕੋਈ ਵਰਜਿਸ਼ ਕਰੋ, ਯੋਗਾ ਕਰੋ, ਗੇਮ ਖੇਡੋ। ਸਰੀਰਕ ਤੰਦਰੁਸਤੀ, ਜਿਹੜੀ ਸਰੀਰਕ ਮਜ਼ਬੂਤੀ ਹੈ। ਚੌਥਾ ਹੈ ਮਾइंड मैनेजमेंट। माइंड मैनेजमेंट 'ਚ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਨੂੰ ਬੇਲੋੜੇ ਜਿਹੜੇ ਸਾਡੇ ਅੰਦਰ ਫਾਲਤੂ ਦਾ ਬਕਵਾਸਬਾਜ਼ੀ ਚੱਲਦੀ ਹੈ ਉਹਨੂੰ ਅਸੀਂ ਨਹੀਂ ਚੱਲਣ ਦੇਣਾ। ਮਾइंड ਸਾਡੇ ਕਬਜ਼ੇ 'ਚ ਰਹੇ, ਸਾਡਾ ਗੁਲਾਮ ਬਣ ਕੇ ਰਹੇ, ਸਾਡਾ ਨੌਕਰ ਬਣ ਕੇ ਰਹੇ। ਮਾइंड ਸਾਡਾ ਮਾਲਕ ਨਾ ਬਣੇ। ਅੱਜ ਅਸੀਂ ਬਹੁਤਿਆਂ ਨੇ ਮਨ ਨੂੰ ਆਪਣਾ ਮਾਲਕ ਬਣਾ ਰਿਹਾ। ਮਨ ਕਰਕੇ ਕਿਸੇ ਨੂੰ ਨੀਂਦ ਨਹੀਂ ਆ ਰਹੀ, ਮਨ ਕਰਕੇ ਕਿਸੇ ਨੂੰ ਚਿੰਤਾ ਹੋ ਰਹੀ ਹੈ, ਮਨ ਕਰਕੇ ਕਿਸੇ ਨੂੰ ਡਿਪਰੈਸ਼ਨ ਹੋ ਰਿਹਾ। ਮਨ ਸਾਡਾ ਮਾਲਕ ਬਣ ਬੈਠਾ। ਜਿਹੜਾ ਸਾਡਾ ਗੁਲਾਮ ਸੀ, ਸਾਡਾ ਨੌਕਰ ਸੀਗਾ, ਅੱਜ ਉਹ ਸਾਡਾ ਮਾਲਕ ਬਣ ਗਿਆ। ਉਹ ਇਸ ਕਰਕੇ ਬਣ ਗਿਆ ਕਿ ਅਸੀਂ ਆਪਣੇ ਆਪ ਤੋਂ, ਆਪਣੀ ਅਸਲੀਅਤ ਤੋਂ ਹੀ ਵਾਕਿਫ ਨਹੀਂ ਹੈਗੇ। ਉਹ ਅਸਲੀਅਤ ਕੀ ਹੈ ਕਿ ਅਸੀਂ ਪਰਮਾਤਮਾ ਦਾ ਜਿਉਂਦਾ ਜਾਗਦਾ ਰੂਪ ਹਾਂ। ਉਸ ਊਰਜਾ ਰੂਪੀ ਪਰਮਾਤਮਾ ਦਾ ਪਦਾਰਥਕ ਰੂਪ ਹਾਂ ਅਸੀਂ, ਜਿਹੜਾ ਪੂਰੇ ਬ੍ਰਹਿਮੰਡ 'ਚ ਫੈਲਿਆ ਪਰਮਾਤਮਾ ਹੈ, ਜਿਹੜਾ ਸਾਡੇ ਆਲੇ ਦੁਆਲੇ ਖਾਲੀ ਚੀਜ਼ ਥਾਂ ਦਿਸਦੀ ਹੈ। ਇਹ ਖਾਲੀ ਥਾਂ ਜਿਹੜੀ ਹੈ ਇਹ ਊਰਜਾ, ਲਿਵਿੰਗ ਊਰਜਾ ਹੈ, ਚੇਤਨ ਊਰਜਾ ਹੈ। ਚੇਤਨ ਊਰਜਾ ਦਾ ਪੂਰਾ ਫੀਲਡ ਹੈ। ਇਹ ਪਰਮਾਤਮਾ ਹੈ। ਪਰਮਾਤਮਾ ਹਵਾ, ਮਿੱਟੀ, ਪਾਣੀ ਦੀ ਮਦਦ ਨਾਲ ਪੂਰੀ ਰਚਨਾ ਕੀਤੀ ਹੈ ਪਰਮਾਤਮਾ ਨੇ, ਕੁਦਰਤ ਦੀ। ਉਸ ਕੁਦਰਤ ਦੀ ਰਚਨਾ ਦੇ ਅੱਗੇ ਫਿਰ ਤਾਲਮੇਲ ਹੈ। ਉਹ ਬੂਟਿਆਂ ਦਾ, ਜਾਨਵਰਾਂ ਦਾ, ਮਨੁੱਖ ਦਾ ਆਪਸ 'ਚ ਤਾਲਮੇਲ ਹੈ। ਉਹ ਸਾਡੇ ਬਹੁਤ ਕਲੋਜ਼। ਅਸੀਂ ਇੱਕ ਦੂਜੇ ਦਾ ਜੀਵਨ ਨੂੰ ਸੁਧਾਰਨ 'ਚ ਰੋਲ ਪਲੇ ਕਰਦੇ ਹਾਂ। ਅੰਬ ਦੇ ਦਰਖਤ ਨੂੰ ਲੱਖਾਂ ਫਲ ਲੱਗਦੇ ਆ, ਹਜ਼ਾਰਾਂ ਫਲ ਲੱਗਦੇ ਆ। ਅੰਬ ਆਪਣੇ ਵਾਸਤੇ ਨਹੀਂ ਪੈਦਾ ਕਰਦਾ, ਆਲੇ ਦੁਆਲੇ ਵਿਚਰੇ ਜੀਵਾਂ ਲਈ ਕਰਦਾ। ਤੇ ਇਸ ਕਰਕੇ ਆਪਾਂ ਪੂਰੀ ਕੁਦਰਤ ਜਿਹੜੀ ਹੈ ਬਹੁਤ ਹੀ ਗਹਿਰੇ ਪਿਆਰ 'ਚ ਵਸਦੀ ਹੈ, ਬਹੁਤ ਹੀ ਗਹਿਰੀ ਵੀਨੈਸ 'ਚ, ਅਸੀਂ 'ਚ ਵਸਦੀ ਹੈ। ਤੇ ਅਸੀਂ ਜਿਹੜਾ ਮੈਂ ਖੜੀ ਕਰ ਲਈ ਨਾ ਵੀ ਮੈਂ ਸ਼ਾਇਦ ਕੋਈ ਵੱਖਰੀ ਚੀਜ਼ ਆ ਤੇ ਮੈਂ ਕੋਈ ਖਾਸ ਚੀਜ਼ ਆ, ਉਹਦੇ 'ਚ ਅਸੀਂ ਉਲਝ ਗਏ। ਤੇ ਮਨ ਸਾਡਾ ਜਿਹੜਾ ਉਸ ਮੈਂ ਨੂੰ ਜਿਹੜਾ ਜਦੋਂ ਮਜ਼ਬੂਤ ਕਰ ਦਿੰਦਾ, ਆਪਣੇ ਘਮੰਡ ਨੂੰ, ਅਹਿਮ ਨੂੰ, ਤੇ ਉਹਦੇ 'ਚ ਫਿਰ ਅਸੀਂ ਬਿਨਾਂ ਮਤਲਬ ਭੱਜੀ ਜਾਂਦੇ ਹਾਂ। ਕੋਈ ਪੈਸੇ ਕਮਾਉਣ ਦੇ ਮਗਰ ਪਿਆ, ਕੋਈ ਜਾਇਦਾਦ ਇਕੱਠੀ ਕਰ ਰਿਹਾ, ਕੋਈ ਕੁਰਸੀ ਵੱਡੀ ਤੋਂ ਵੱਡੀ ਲੈਣਾ ਚਾਹੁੰਦਾ ਹੈ। ਕਿਸੇ ਨੂੰ ਅਸੀਂ ਬੱਚੇ ਨੂੰ ਸ਼ੁਰੂ ਕਰ ਦਿੰਦੇ ਵੀ ਤੂੰ ਬੜਾ ਵੱਡਾ ਬਣਨਾ ਹੈ, ਪਤਾ ਸਾਰੇ ਤੋੜ ਲਿਆਉਣੇ ਅਸਮਾਨ 'ਚੋਂ। ਅਸੀਂ ਉਹਨੂੰ ਸਿਖਾਉਂਦੇ ਨਹੀਂ ਹੈ ਵੀ ਇਹ ਕੁਦਰਤ 'ਚ ਨਾ, ਕੁਦਰਤ ਦਾ ਖੇਡ ਹੈ। ਉਸ ਖੇਡ ਨੂੰ ਵਧੀਆ ਖੇਡੋ ਜਿੱਥੇ ਵੀ ਹੈਗੇ ਹੋ। ਤੁਸੀਂ ਛੋਟੇ ਹੋ, ਵੱਡੇ ਹੋ, ਚਪੜਾਸੀ ਹੋ, ਪ੍ਰਾਈਮ ਮਿਨਿਸਟਰ ਹੋ, ਇਹ ਕੁਦਰਤ ਦੀ ਖੇਡ ਦਾ ਹਿੱਸਾ ਅਸੀਂ। ਉਸ ਕੁਦਰਤ ਦੀ ਖੇਡ 'ਚ ਅਸੀਂ ਰਲ ਮਿਲ ਕੇ ਇੱਕ ਦੂਜੇ ਨੂੰ ਸਪੋਰਟ ਕਰਨਾ, ਵੀਨੈਸ 'ਚ ਰਹਿਣਾ, ਪ੍ਰੇਮ ਪਿਆਰ, ਕੁਦਰਤ ਨਾਲ ਪ੍ਰੇਮ ਪਿਆਰ। ਤਾਂ ਇਹ ਸਾਰਾ ਮਾइंड मैनेजमेंट ਹੈ। ਤੇ ਇਸ ਮਾਨਸਿਕ ਸਥਿਤੀ 'ਚ ਅਸੀਂ ਰਵਾਂਗੇ, ਸਾਡਾ ਮਨ ਕਦੀ ਤਣਾਅ 'ਚ ਨਹੀਂ ਜਾਏਗਾ, ਕਦੀ ਡਰ 'ਚ ਨਹੀਂ ਜਾਏਗਾ, ਕਦੀ ਈਰਖਾ 'ਚ ਨਹੀਂ ਜਾਏਗਾ, ਕਦੀ
ਬਦਲੇ ਦੀ ਭਾਵਨਾ 'ਚ ਨਹੀਂ ਜਾਏਗਾ ਤਾਂ ਉਹ ਅਸੀਂ ਮਾਈਂਡ ਮੈਨੇਜਮੈਂਟ ਇੱਦਾਂ ਦੀ ਕਰਨੀ। ਸੋ ਚੌਥਾ ਮਾਈਂਡ ਮੈਨੇਜਮੈਂਟ ਹੈ। ਤੇ ਕਦੀ ਲੋੜ ਪੈਂਦੀ ਹੈ ਹੈਲਪ ਲੈਣ ਦੀ, ਪੰਜਵਾਂ ਤਾਂ ਹੋਮੋਪੈਥੀ ਹੈ, ਨੈਚੁਰੋਪੈਥੀ ਹੈ, ਆਯੁਰਵੇਦ ਹੈ ਸਭ ਤੋਂ ਪਹਿਲਾਂ, ਔਰ ਛੇਵਾਂ ਅਗਰ ਜ਼ਰੂਰਤ ਪਵੇ ਤਾਂ ਐਲੋਪੈਥੀ ਹੈ। ਤਾਂ ਇਹ 6 ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ। 6 ਚੀਜ਼ਾਂ 'ਚ ਸਭ ਤੋਂ ਮੁੱਖ ਭੋਜਨ ਹੈ, ਨੰਬਰ 2 ਦਵਾ ਪੌਦੇ, ਨੰਬਰ 3 ਫਿਜ਼ੀਕਲ ਮਜ਼ਬੂਤੀ ਹੈ, ਨੰਬਰ 4 ਮਾਈਂਡ ਮੈਨੇਜਮੈਂਟ ਹੈ, ਨੰਬਰ 5 ਜਿਹੜੀ ਹੈ ਹੈਲਪ ਹੈ, ਜੇ ਅਗਰ ਲੈਣੀ ਪੈਂਦੀ ਹੈ ਸਾਨੂੰ ਫਿਰ ਵੀ ਤਾਂ ਉਹ ਅਸੀਂ ਪਹਿਲਾਂ ਉਹਨਾਂ ਦੀ ਲੈਣੀ ਹੈ ਜਿਹੜੀ ਚੀਜ਼ ਜਿਹੜੀ ਹੈ ਉਹ ਨੁਕਸਾਨ ਨਹੀਂ ਹੈ। ਤੇ ਛੇਵਾਂ ਐਲੋਪੈਥੀ ਦਾ ਕਿਉਂਕਿ ਲਾਸਟ ਲੈਣੀ ਹੋ, ਕਿਉਂਕਿ ਉਹ ਉਹਦੇ ਅੰਦਰ ਉਹ ਜਿਹੜੇ ਉਹਨੇ ਤਰੀਕੇ ਨੇ ਉਹਦੇ ਅੰਦਰ ਉਹ ਧੰਦੇਬਾਜ਼ੀ ਬਹੁਤੀ ਹੈ ਤੇ ਲੁੱਟ ਸੁੱਟ ਬਹੁਤ ਹੈ ਤੇ ਉਹਦੇ ਅੰਦਰ ਜਿਹੜੀ ਹੈ ਮਦਦ ਘੱਟ ਹੈ। ਮਨੁੱਖਤਾ ਜਿਹੜੀ ਉਹਦੇ 'ਚ ਪਿੱਛੇ ਰਹਿ ਗਈ, ਉਹ ਵਪਾਰ ਮੁੱਖ ਬਣ ਗਿਆ ਤੇ ਇਸ ਕਰਕੇ ਉਹਦੇ ਅੰਦਰ ਜਿਹੜੀ ਆ ਅੰਤਾਂ ਦਾ ਖਰਚਾ ਹੈ, ਲੋਕ ਜਿਹੜੇ ਇਲਾਜ ਕਰਾ ਕਰਾ ਕੇ ਗਰੀਬ ਹੋਈ ਜਾ ਰਹੇ ਆ, ਗਰੀਬੀ ਵਧਾਉਣ ਦਾ ਸਾਧਨ ਬਣ ਗਿਆ ਉਹ। ਉਹਦੇ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਔਰ ਅਸੀਂ ਜੇ ਕੋਸ਼ਿਸ਼ ਕਰੀਏ ਤਾਂ 95% ਤੋਂ ਲੈ ਕੇ 99% ਮੌਕਿਆਂ ਤੇ ਸਾਨੂੰ ਜ਼ਰੂਰਤ ਨਹੀਂ ਹੈ। ਜਿਹੜੇ ਅਸੀਂ ਅੱਜ ਦਵਾਈਆਂ ਖਾ ਕੇ, ਕੈਪਸੂਲ ਖਾ ਕੇ ਆਪਣੇ ਆਪ ਨੂੰ ਤੰਦਰੁਸਤੀ ਦੇ ਰਾਹ ਤੇ ਨਹੀਂ ਲੈ ਕੇ ਜਾ ਰਹੇ, ਸਿਰਫ ਆਰਜੀ ਸਕੂਨ ਦੇ ਵਾਸਤੇ ਅਸੀਂ ਖਾਂਦੇ ਹਾਂ ਔਰ ਫਿਰ ਉਹਦੇ 'ਚ ਉਹ ਚੱਕਰ ਚੁੱਲ ਜਾਂਦੇ ਹਾਂ। ਇੱਕ ਦਵਾਈ ਫਿਰ 2 ਦਵਾਈਆਂ, ਫਿਰ 4 ਕੇ 10 ਕੇ 20 ਦਵਾਈਆਂ ਖਾ ਰਹੇ ਹਾਂ, ਨਾਲੇ ਆਪਣੇ ਵੱਡੇ ਵੱਡੇ ਟੈਸਟ ਕਰਾ ਰਹੇ ਹਾਂ, ਵੱਡੇ ਵੱਡੇ ਡਾਕਟਰਾਂ ਦੀਆਂ ਫੀਸਾਂ ਦੇ ਰਹੇ ਹਾਂ ਤਾਂ ਫਿਰ ਉਹਦੇ 'ਚ ਉਲਝ ਜਾਂਦੇ ਹਾਂ। ਉਹਦੀ ਜ਼ਰੂਰਤ ਨਹੀਂ ਪਏਗੀ 95% ਤੋਂ ਲੈ ਕੇ, ਜੇ ਅਸੀਂ ਜਿੰਨੇ, ਉਹ ਡਿਪੈਂਡ ਕਰਦਾ ਕਿ ਅਸੀਂ ਕਿੰਨੇ ਚੇਤਨ ਆ। ਜਿੰਨੇ ਅਸੀਂ ਚੇਤਨ ਹੋਵਾਂਗੇ ਉਹਨਾਂ ਸਾਨੂੰ ਨਾ ਡਾਕਟਰਾਂ ਦੀ ਲੋੜ, ਨਾ ਦਵਾਈਆਂ ਦੀ ਲੋੜ, ਨਾ ਹਸਪਤਾਲਾਂ ਦੀ ਲੋੜ, ਨਾ ਟੈਸਟਾਂ ਦੀ ਲੋੜ। ਤਾਂ ਉਸ ਰਾਹ ਤੇ ਆਪਾਂ ਨੇ ਪੈਣਾ ਹੈ ਤੇ ਉਸ ਰਾਹ 'ਚ ਪੈਣ ਵਾਸਤੇ ਆਪਾਂ ਨੇ ਜਿਹੜਾ ਹੈ ਚੇਤਨ ਹੋਣਾ, ਗਿਆਨਵਾਨ ਹੋਣਾ। ਤੇ ਅੱਜ ਜਿਹੜੀ ਆਪਾਂ ਗੱਲ ਸੈੱਲਾਂ ਦੀ ਕਰ ਰਹੇ ਹਾਂ, ਉਹ ਸੈੱਲਾਂ ਦੀ ਜਿਹੜੀ ਆਪਾਂ ਜਿਹੜੀ ਹੈ ਵਰਤਾਰਾ ਜਿਹੜਾ ਉਹਨੂੰ ਸਮਝਣਾ। ਤੋ ਮੇਰੇ ਖਿਆਲ 'ਚ ਆਪਾਂ ਇੱਥੇ ਇੱਕ ਵਾਰੀ ਬੰਦ ਕਰਕੇ ਸਵਾਲ ਜਵਾਬ ਲੈ ਲੈਂਦੇ, ਕਿਉਂਕਿ ਸਵਾਲ ਜਵਾਬ ਮੈਨੂੰ ਲੱਗਦਾ ਹੋਣਗੇ ਕਾਫੀ ਦੋਸਤਾਂ ਦੇ। ਹਾਂਜੀ ਡਾਕਟਰ ਸਾਹਿਬ, ਇਹਦੇ ਵਿੱਚ ਫਿਰ ਜਿਹੜਾ ਖਾਸ ਆ ਸੈੱਲ ਘੱਟ ਜਾਂਦੇ ਨੇ ਜਿਹਦੇ, ਜਾਂ ਹੋਰ ਉਹ ਲਿਕਵਿਡ ਡਾਈਟ ਉਹੀ ਠੀਕ ਹੈ? ਜਦੋਂ ਇਹ ਦੋ ਤਰ੍ਹਾਂ ਦੀ ਸਥਿਤੀ ਹੈ। ਇੱਕ ਤਾਂ ਹੈਗੀ ਸਥਿਤੀ ਕਿ ਜਿੱਥੇ ਬਹੁਤ ਵੱਡੀ ਬਿਮਾਰੀ ਨਹੀਂ ਆਈ ਅਜੇ, ਬੁਖਾਰ ਬਹੁਤ ਜ਼ਿਆਦਾ ਨਹੀਂ ਹੈ, ਬੁਖਾਰ ਨਹੀਂ ਹੈ, ਕੁਛ ਨਹੀਂ ਹੈ, ਜੇ ਥੋੜਾ ਬਹੁਤਾ ਹੈ ਜਾਂ ਨਹੀਂ ਹੈ ਤਾਂ ਪਰਿਵਾਰ 'ਚ ਕਿਸੇ ਨੂੰ ਤੁਸੀਂ ਪ੍ਰੀਵੈਂਟਿਵ ਜਿਹੜਾ ਪ੍ਰੀਵੈਂਟਿਵ ਦੇ ਅੰਦਰ ਤਾਂ ਉਹੀ ਡਾਈਟ ਠੀਕ ਹੋਣੀ ਚਾਹੀਦੀ। ਬਸ ਉਹ ਡਾਈਟ ਦੇ ਅੰਦਰ ਉਹੀ ਹੈ ਵੀ ਜਿਹੜਾ ਐਨੀਮਲ ਫੂਡ ਕੋਈ ਨਹੀਂ ਖਾਣਾ। ਦੁੱਧ ਖਾਸ ਕਰਕੇ ਜਿਹੜਾ ਹੈ ਦੁੱਧ ਪ੍ਰਤੀ ਬਾਰ-ਬਾਰ ਕਹਿਣਾ ਪੈਂਦਾ, ਕਿਉਂਕਿ ਦੁੱਧ ਸਾਡੇ ਪੰਜਾਬੀਆਂ ਦਾ ਬੜਾ ਕਮਜ਼ੋਰੀ ਹੈ। ਦੁੱਧ ਵਾਲੀ ਚਾਹ ਜਿਹੜੀ ਹੈ ਬਿਮਾਰੀਆਂ ਦਾ ਸਰੋਤ ਹੈ। ਦੁੱਧ ਦੀ ਅਗਰ ਵਰਤੋਂ ਕਰਨੀ ਤਾਂ ਦਹੀਂ ਵਾਲੀ ਚੀਜ਼ਾਂ ਦੀ ਕਰਨੀ ਹੈ, ਉਹ ਜ਼ਿਆਦਾ ਠੀਕ ਨੇ। ਦਹੀਂ, ਲੱਸੀ, ਮੱਖਣ, ਘੀ ਇਹ ਅਸੀਂ ਨੁਕਸਾਨ ਨਹੀਂ ਕਰਦੇ। ਸਿਰਫ ਜਿਹੜੇ ਗੰਭੀਰ ਰੂਪ 'ਚ ਬਿਮਾਰ ਮਰੀਜ਼ ਨੇ ਉਹਨਾਂ ਨੂੰ ਰੋਕਦੇ ਆ ਵੀ ਇਹ ਤੁਸੀਂ ਨਾ ਵਰਤੋ, ਜਿਹੜੀ ਇਹ ਵੀ ਥੋੜੀ ਦੇਰ ਲਈ। ਜਿਹੜਾ ਦੁੱਧ ਜਿਹੜਾ ਪੀਣਾ ਹੈ ਅੱਜ ਦੇ ਮਨੁੱਖ ਨੂੰ ਬਹੁਤਾ ਸਕਾਰਗਰ ਨਹੀਂ ਹੈ। ਦੁੱਧ ਪੀਤਾ ਜਾ ਸਕਦਾ ਜੇ ਵਧੀਆ ਹੋਵੇ ਤਾਂ, ਲੇਕਿਨ ਸਿਰਫ ਜਿਹੜਾ ਉਹ ਬੰਦਾ ਜਿਹੜਾ ਬਹੁਤ ਮੁਸ਼ੱਕਤ ਵਾਲਾ ਕੰਮ ਕਰਦਾ, ਕੋਈ ਪਹਿਲਵਾਨ ਹੈ, ਕੋਈ ਬਹੁਤ ਗੇਮ ਖੇਡਦਾ ਬੱਚਾ ਹੈ ਬਹੁਤ ਜ਼ਿਆਦਾ, ਉਹ ਥੋੜਾ ਬਹੁਤਾ ਦੁੱਧ ਵੀ ਲੈ ਲਏਗਾ ਤਾਂ ਉਹ ਪਚਾ ਲਏਗਾ। ਲੇਕਿਨ ਬਹੁਤੇ ਸਾਡੇ ਜਿਹੜੇ 90% ਲੋਕ ਨੇ ਜਿੰਨਾ ਕੁ ਅਸੀਂ ਕੰਮ ਕਰਦੇ ਹਾਂ, ਸਾਨੂੰ ਦੁੱਧ ਵਾਲੀ ਚਾਹ ਤੇ ਮਿਠਾਈਆਂ ਤੇ ਪਨੀਰ ਪਵਾਰ ਕਰੇਗਾ। ਤਾਂ ਉਹ ਜਿਹੜਾ ਦੁੱਧ ਵਾਲੇ ਵਰਤਾਰੇ ਤੋਂ ਬਚਣਾ। ਬਾਕੀ ਐਨੀਮਲ ਫੂਡ ਵੀ ਕੋਈ ਜ਼ਰੂਰਤ ਨਹੀਂ ਹੈ, ਨਾ ਅੰਡੇ ਦੀ, ਨਾ ਮੀਟ ਦੀ, ਨਾ ਮੱਛੀ ਦੀ। ਠੀਕ ਹੈ, ਸ਼ੌਕ ਵਾਸਤੇ ਕਦੀ ਕਦੇ ਅੱਡ ਗੱਲ ਹੈ, ਲੇਕਿਨ ਉਹਦੀ ਸਰੀਰ ਨੂੰ ਜ਼ਰੂਰਤ ਨਹੀਂ ਹੈ। ਤਾਂ ਪਲਾਂਟ ਬੇਸਡ ਹੋਲ ਫੂਡ ਜੇ ਅਸੀਂ ਅਡੋਪਟ ਕਰ ਲਈਏ ਤਾਂ ਸਾਨੂੰ ਕੋਈ ਸੀਰੀਅਸ ਬਿਮਾਰੀ ਹੁੰਦੀ ਹੋਈ ਨਹੀਂ ਹੈ। ਪਲਾਂਟ ਬੇਸਡ ਹੋਲ ਫੂਡ ਦੇ ਵਿੱਚ ਰॉ ਫੂਡ ਜਿਹੜਾ 50% ਤੋਂ ਉੱਪਰ ਹੋਵੇ, ਉਹ ਕੱਚਾ ਖਾਣ ਦਾ ਜਿਹੜਾ ਪੈਟਰਨ ਆਪਣਾ ਬਣਾ ਲਓ। ਸਭ ਤੋਂ ਵਧੀਆ ਪੈਟਰਨ ਜਿਹੜਾ ਸਾਨੂੰ ਲੱਗਦਾ ਉਹ ਲੱਗਦਾ ਕਿ ਜਿਹੜੇ ਡਾਈਟ ਵਾਲੇ ਮੋਸਟਲੀ ਲੋਕ ਨੇ ਉਹ ਕਹਿੰਦੇ ਵੀ ਜਿਹੜਾ ਨਾਸ਼ਤਾ ਹੈ ਤੁਹਾਡਾ ਬ੍ਰੇਕਫਾਸਟ ਹੈ ਉਹ ਇਕੱਲਾ ਫਲਾਂ ਦਾ ਕਰੋ 12 ਵਜੇ ਤੱਕ, ਫਿਰ ਉਸ ਤੋਂ ਬਾਅਦ ਸਲਾਦ ਖਾਓ, ਉਸ ਤੋਂ ਬਾਅਦ ਸਲਾਦ ਖਾ ਕੇ ਫਿਰ ਲੰਚ ਕਰੋ। ਜੇ ਕੋਈ ਕਿਸੇ ਨੂੰ ਇਹ ਰੂਟੀਨ ਨਹੀਂ ਵੀ ਸੂਟ ਕਰਦਾ ਕੋਈ ਗੱਲ ਨਹੀਂ, ਇਹਦੇ 'ਚ ਕੋਈ ਐਸਾ ਕੋਈ ਰਿਜਿਡ ਫਾਰਮੂਲਾ ਨਹੀਂ ਹੈ, ਉਹ ਆਪਣੇ ਹਿਸਾਬ ਨਾਲ ਢਾਲ ਸਕਦਾ ਉਹਨੂੰ। ਲੇਕਿਨ ਪ੍ਰਿੰਸੀਪਲ ਸੇਮ ਨੇ ਕਿ ਰॉ ਫੂਡ 50% ਤੋਂ ਉੱਪਰ ਹੋਵੇ, ਕੱਚਾ ਖਾਣਾ, ਔਰ ਉਹ ਜਿਹੜਾ ਪਹਿਲਾਂ ਖਾ ਕੇ ਅੱਡ ਖਾ ਕੇ ਫਿਰ ਪੱਕਿਆ ਖਾਣਾ ਖਾਇਆ ਜਾਵੇ, ਉਹ ਜ਼ਿਆਦਾ ਬਿਹਤਰ ਹੈ। ਉਹਦੇ ਅੰਦਰ ਫਿਰ ਜਦੋਂ ਬੁਖਾਰ ਹੋ ਰਿਹਾ ਤੇ ਆਪਾਂ ਨੂੰ ਲੱਗਦਾ ਕਿ ਗੱਲ ਜਿਹੜੀ ਵੱਧ ਸਕਦੀ ਹੈ, ਜ਼ੁਕਾਮ ਗੁੰਮ ਹੈਗਾ ਖਾਸਾ ਤੇ ਗਲਾ ਖਰਾਬ ਹੈ, ਫਿਰ ਉਹ 3 ਦਿਨ ਦਾ ਜਿਹੜਾ ਸ਼ਡਿਊਲ ਹੈ ਲਿਕੁਇਡ ਡਾਈਟ ਦਾ, ਉਹਦੇ ਅੰਦਰ ਉਹ ਯਾਦ ਰੱਖਣਾ ਆਪਾਂ ਨੇ ਹਮੇਸ਼ਾ। ਉਹ ਕੀ ਹੈ? ਇੱਕ ਦਿਨ ਕੱਲੀ ਤਰਲ ਡਾਈਟ, ਪੀਣ ਵਾਲੀ ਚੀਜ਼ਾਂ, ਉਹ ਆਪਾਂ ਆਉਂਦੇ ਕਿ ਪੀਣ ਵਾਲੀ ਚੀਜ਼ਾਂ ਕਿਹੜੀ ਪੀ ਸਕਦੇ ਆਪਾਂ। ਇੱਕ ਦਿਨ ਕੱਲੀ ਤਰਲ ਡਾਈਟ, ਦੂਜੇ ਦਿਨ ਦੁਪਹਿਰ ਤੱਕ ਯਾਨੀ ਕਿ 2, 2:30, 3 ਵਜੇ ਤੱਕ ਤਰਲ ਡਾਈਟ, ਉਸ ਤੋਂ ਬਾਅਦ ਥੋੜਾ ਜਿਹਾ ਫਲ, ਉਸ ਤੋਂ ਥੋੜਾ ਗੈਪ ਪਾ ਕੇ ਥੋੜੀ ਸਲਾਦ,
जिन्नी भी खाण समर्था हैगी घर रज के भुख के हिसाब नाल, और फिर बस कुछ नहीं, पक्का खाना नहीं रहना। तीजे दिन तरल नूं होर घटा देना, फिर तरल मान लो आप तरल 11-12 बजे तक तरल के लिया, फिर फ्रूट लेता, फिर सलाद लेती, फिर रात नूं पहुँचते पहुँचते जे मिलट खा रहे तो मिलट की खिचड़ी, जे मिलट नहीं है तो वधिया खिचड़ी का कॉम्बीनेशन बनता है बाजरा मोठ से चौल भिओ के 3-4 घंटे भिओ के बाजरा मोठ चौल की खिचड़ी बनाओ, तो वो खिचड़ी घ्यो पा के थोड़ा जहा खाइए रात को सौण जी तीजे दिन। 3 दिनों तुसीं पाओगे कि 80-85% लोग तो 3 दिनों तंदुरुस्त हो जाते हैं, जो 10-15% 1-2 दिन होर चल सकते हैं बस। वो 2 दिन तुसीं आओ रूटीन है थोड़ा जहा अपने हिसाब नाल लोड़ के हिसाब नाल इसे नूं वधा लो। हुण आ गया कि पीना की है, तरल खुराक किहड़ी है। तरल खुराक वो जूस ने जिन्हां दे अंदर विटामिन सी ते बाकी जिहड़े खुराकी तत्त ने वो भरपूर मात्रा च हुंदे आ। ਉਹਦੇ अंदर जूस है मौसम के हिसाब नाल, फलों का जूस एक गल, सब्जियां का जूस यानी कि खीरा, सब्जियां चो किहड़ी सब्जी का जूस जिहड़ा वधिया, खीरा, टमाटर, उस तो बाद तुहाडा घीया और मिठाई वाला पेठा, बाकी पत्ते कोई भी जूस वाले वो पत्ते तां ही वरतने जे घर दे होण तां। बाजार वाले पत्तियां का जूस नहीं पीना, बड़ा खतरनाक हुंदा बाजार वाले पत्तियां का जूस पीना। सब्जी बनाउणी होर गल है, लेकिन जूस बाजारों लए हुए पत्तियां का नहीं पीना। ईवन घर के पत्ते भी कई बार खराब कर जाते हैं, जो ताजा गोहा गा पै जाए किते क्यारी च तो वो आप सोच सकते हैं लेकिन बाजार का तुहाडे हत्थ च कुछ नहीं है। सो बाजार वाले पत्तियां का जूस नहीं अवॉइड करना। सूप पी सकते हैं, जानी कि गर्म करने तो बाद वक्रे वो कीटाणु मर जाते हैं। तो एक हो गए 2 तरह के जूस, फलों का जूस, सब्जियों का जूस ते नारियल पानी। ये 3 अपने को चीज़ां ने जिहड़ियां आपां कच्चियां लै सकते हैं। ये भरपूर ने विटामिन सी नाल। और जे मानो आपां नूं लगदा है कि आपां जूस इन्ना पीता नहीं जा रहा, जां जूस का टेस्ट नहीं है, जां जूस अवेलेबल नहीं है, जां जूस आपां अफोर्ड नहीं कर पा रहे, कोई कारण है कि नहीं ले, तो फिर फल जूसी फल जिहड़े ने जूसी फल खा सकते हैं। जूसी फल मौसम के हिसाब नाल बहुत सारे जूसी फल, हर मौसम जूसी फल कोई ना कोई हुंदा है। उदाहरण के तौर पर जूसी फल अनार हो सकता है जो सारा साल रहिंदा है। जूसी फल संतरे वाली फैमिली हो सकती है। जूसी फल नींबू पानी हो सकता है। जूसी फल अनानास हो सकता है, ईवन अंब मौसम च अंब हो सकता है। तो जूसी फल जिहड़े ने वो ले जा सकते हैं। जे वधिया फर्स्ट चॉइस यही होनी चाहिए है जूसिस, क्योंकि उहदे नाल मात्रा बहुत ज़्यादा पीती जाएगी। फल बहुत घट खाए जाएंगे लेकिन उसकी मात्रा असीं बहुत ज़्यादा पी सकांगे। तो विटामिन सी जिहड़ा कि बहुत प्रोटेक्ट करदा सानूं, विटामिन सी की मात्रा असीं जूसिस च बदला ले सकते हैं। उस तो विच जिहड़ा है मान लो 1 गिलास नारियल पानी, 1 गिलास जूस ते तीजा गिलास काढ़े का। हुण काढ़े किहड़े जिहड़े असीं पी सकते हैं, कोई भी काढ़ा दिन च 2 बारी तो वध नहीं लेना। और काढ़े पीण लगे डोज मस्ट सानूं पता होनी चाहिए है। बहुत लोग जिहड़े हल्दी नूं बहुत मात्रा च यूज़ कर रहे हैं और फिर बीमार हो रहे हैं। हर काढ़े की सानूं मात्रा जिहड़ी तंदुरुस्त करने वाली मात्रा पता होनी बहुत जरूरी है। जे असीं लोड़ तो वध कोई चीज़ लै लांगे तो फिर बीमार होवांगे और 100 उल्टा वो चीज़ बदनाम होंदी है। बात अजकल हुण सोशल मीडिया ते इहो जिहा भी फिरदियां ने भी फलाना बंदा बीमार हो गया हल्दी पी के। हुण जे हल्दी 2-2 चमचे पी जाओगे तुसीं बीमार होवोगे, फिर की होगा। हल्दी की डोज 1/2 चमचा है, दालचीनी की डोज 1/4 हिस्सा चम्मच, 3 हिस्सा चम्मच का बस। दालचीनी जो बंदा ज़्यादा पीऊगा बीमार होगा। लौंग ने 2-3 वध हर 4। ये चीज़ां जिहड़ियां ने जिहड़ियां ने जीरा पाउणा तो 1 चमचा वध तो वध, जवैन पाउणी 1 चमचा। तो ये जो चीज़ां ने इन्हां दी डोज पता होनी चाहिए, आपां नूं डोज के हिसाब नाल चीज़ लैनी है। पत्ते मोस्टली जनरल फार्मूला डॉक्टर खादरवली का कि मुट्ठी भर पत्ते वो लै सकते हैं। काढ़े किहड़े पी सकते आपां, हल्दी का काढ़ा उत्ते मैं 2 टाइम हल्दी दे जदों भी हल्दी पीनी है उहदे काली मिर्च और घी पा के पीनी है, बस हल्दी का ही फंडा याद रखना। हल्दी का काढ़ा 20 गुणा ज़्यादा असरदायक हो जाता है जे तुसीं काली मिर्च और घी पा के पीवोगे तो। बाकी काढ़ियां च शक्कर गुड़ सब च पा सकते हैं, काली मिर्च अदरक और दालचीनी सब थोड़ी थोड़ी पा सकते हैं। हाँ थोड़ी से टेस्ट वास्ते मेन इंपोर्टेंट ही रहना। फिर आप नींबू पा सकते हैं, नींबू का टेस्टी हो जाती है।
ਔਰ ਸਾਰੇ ਕਾੜੇ ਮੋਸਟਲੀ ਟੇਸਟੀ ਬਣਦੇ ਆ ਸਵਾਏ 2-3 ਨੂੰ ਛੱਡ ਕੇ। ਗਲੋ ਥੋੜੀ ਕੌੜੀ ਹੁੰਦੀ ਹੈ, ਨਿੰਮ ਕੌੜੀ ਹੁੰਦੀ ਹੈ, ਔਰ ਸ਼ਾਇਦ ਪਪੀਤੇ ਦਾ ਪਪੀਤਾ ਵੀ ਥੋੜਾ ਜਿਹਾ ਕੌੜਾ ਹੁੰਦਾ। तो ये कुछ काढ़े ਜਿਹੜੇ ਥੋੜੇ ਕੜਤਨ ਚ ਹੁੰਦੇ ਆ, ਲੇਕਿਨ ਬਾਕੀ ਕਾੜੇ ਤਾਂ ਟੇਸਟ ਵਾਈਜ਼ ਵੀ ਬਹੁਤ ਅੱਛੇ ਆ। ਤੁਲਸੀ ਹਲਦੀ ਤੋਂ ਇਲਾਵਾ ਹੋ ਗਿਆ, ਥੋੜਾ ਇੱਕ ਮਿਕਸ ਕਾੜਾ ਬਣਾ ਸਕਦੇ। ਮਿਕਸ ਕਾੜੇ 'ਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਕੁਝ 5-6 ਚੀਜ਼ਾਂ ਪਾਉਣੀਆਂ ਹੁੰਦੀਆਂ ਨੇ। ਕੁਝ ਅੱਧਾ ਚਮਚਾ ਸੌਂਫ, ਅਜਵਾਇਣ, ਜੀਰਾ ਤੇ ਨੇ ਹੋ ਗਏ। ਉਸ ਤੋਂ ਬਾਅਦ 2 ਜਾਂ 3 ਲੌਂਗ, 2-3 ਕਾਲੀਆਂ ਮਿਰਚਾਂ, 2 ਛੋਟੀ ਇਲਾਚੀ, ਥੋੜੀ ਜਿਹੀ ਉਹ ਪਾ ਸਕਦੇ ਆਪਾਂ। ਇਵਨ ਜੇ ਅਦਰਕ ਪਾਉਣੀ ਹੋਵੇ ਥੋੜੀ ਬਹੁਤੀ ਪਾ ਸਕਦੇ ਆ, ਤੇ ਤੁਲਸੀ ਪਾ ਸਕਦੇ ਆ। ਇਹ ਜਿਹੜਾ ਮਿਕਸ ਕਾੜਾ ਬਣਾ ਸਕਦੇ 2 ਵਾਰੀ। ਫਿਰ ਤੁਸੀਂ ਤੁਲਸੀ ਦਾ ਕਾੜਾ ਪੀ ਸਕਦੇ ਅਲੱਗ ਵੀ। ਫਿਰ ਤੁਸੀਂ ਗਲੋ ਦਾ ਕਾੜਾ ਜ਼ਰੂਰ ਪੀਣਾ। ਗਲੋ ਦਾ ਅਗਰ ਗਲੋ ਹੈਗੀ ਤਾਂ ਗਲੋ ਦਾ ਕਾੜਾ ਪੀ ਲਓ। ਅਗਰ ਗਲੋ ਉਪਲਬਧ ਨਹੀਂ ਹੈਗੀ ਤਾਂ ਗਲੋ ਦੀਆਂ ਗੋਲੀਆਂ ਖਾ ਲਓ। ਗਲੋ ਜ਼ਰੂਰੀ ਆ। ਅਗਰ ਗਲੋ ਨਹੀਂ ਉਪਲਬਧ ਹੈਗੀ ਤਾਂ ਗਲੋ ਦੀਆਂ ਗੋਲੀਆਂ ਵੀ ਖਾਈਆਂ ਜਾ ਸਕਦੀਆਂ। ਬਹੁਤ ਸਾਰੇ ਲੋਕਾਂ ਨੂੰ ਗਲੋ ਪੀਣੀ ਔਖੀ ਲੱਗਦੀ ਹੈ, ਜਾਂ ਗਲੋ ਨਹੀਂ ਹੈਗੀ ਤਾਂ ਗਲੋ ਦੀਆਂ ਗੋਲੀਆਂ। ਗਲੋ ਸਭ ਤੋਂ ਉੱਤਮ ਹੈ ਇਹਦੇ 'ਚ। ਇਹ ਗਲੋ, ਤੁਲਸੀ, ਨਿੰਮ ਤਿੰਨਾਂ ਦੀਆਂ ਗੋਲੀਆਂ ਉਪਲਬਧ ਨੇ ਮਾਰਕੀਟ 'ਚ। ਤਿੰਨੋਂ ਹੀ ਬਹੁਤ ਵਧੀਆ ਇਮਿਊਨਿਟੀ ਬੂਸਟਰ ਨੇ, ਤਿੰਨੋਂ ਹੀ ਬਹੁਤ ਵਧੀਆ ਐਂਟੀਵਾਇਰਲ ਨੇ। ਤਿੰਨਾਂ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ, ਲੇਕਿਨ ਗਲੋ ਬਹੁਤ ਜ਼ਰੂਰੀ ਹੈ। ਸੋ ਇਹ ਕਾੜੇ ਹੋ ਗਏ। ਤਾਂ ਉਹ ਸੀਕੁਐਂਸ ਸਹੀ ਰੱਖਣਾ ਹੈ ਕਿ ਨਾਰੀਅਲ ਪਾਣੀ, ਜੂਸ, ਫਿਰ ਇੱਕ ਕਾੜਾ, ਫਿਰ ਨਾਰੀਅਲ ਪਾਣੀ, ਜੂਸ, ਕਾੜਾ। ਇਹਦੇ 4 ਸਾਈਕਲ 5 ਸਾਈਕਲ ਤੱਕ ਵੱਧ ਤੋਂ ਵੱਧ ਪੀਤੇ ਜਾਣਗੇ ਰਾਤ ਤੱਕ, ਯਾਨੀ ਕਿ 12 ਤੋਂ ਲੈ ਕੇ 15 ਗਲਾਸ। ਕੋਈ ਟੇਸਟ ਵਾਈਜ਼ ਘੱਟ ਵੱਧ ਕਰ ਸਕਦੇ ਆਪਾਂ। ਕੋਈ ਜ਼ਰੂਰੀ ਨਹੀਂ ਵੀ ਸਾਰੇ ਜਾਂ ਐਂ ਹੀ ਪੀਣੀਆਂ, ਕੋਈ ਜਿੱਦਾਂ ਮੈਂ ਬੋਲ ਰਿਹਾ। ਇਹ ਮੋਟਾ ਗਾਈਡਲਾਈਨਸ ਨੇ। ਮਤਲਬ ਜੇ ਆਪਾਂ ਨੂੰ ਪ੍ਰਿੰਸੀਪਲਸ ਪਤਾ ਹੋਣਗੇ ਤਾਂ ਆਪਾਂ ਆਪਣੇ ਟੇਸਟ ਦੇ ਹਿਸਾਬ ਨਾਲ ਉਹਨੂੰ, ਜਿਹੜਾ ਆਪਾਂ ਜਿਹੜੀ ਚੀਜ਼ ਅੱਛੀ ਲੱਗ ਰਹੀ ਹੈ ਉਹਨੂੰ ਜ਼ਿਆਦਾ ਲੈ ਲਾਂਗੇ। ਮਤਲਬ ਉਹਨੂੰ ਨਾਰੀਅਲ ਪਾਣੀ ਅੱਛਾ ਲੱਗ ਰਿਹਾ, ਨਾਰੀਅਲ ਪਾਣੀ ਵੱਧ ਲੈ ਲਓ। ਕਿਸੇ ਨੂੰ ਜੂਸ ਅੱਛਾ ਲੱਗਦਾ, ਜੂਸ ਜ਼ਿਆਦਾ ਲੈ ਲਓ। ਸੂਪ ਵੀ ਲੈ ਸਕਦੇ ਹਾਂ, ਪੱਤਿਆਂ ਦਾ ਸੂਪ ਬਣਾ ਕੇ ਵੀ ਲੈ ਸਕਦੇ ਹਾਂ। ਵਿੱਚ ਸੂਪ ਵੀ ਕੀਤਾ ਜਾ ਸਕਦਾ। ਡਾਕਟਰ ਸਾਹਿਬ ਜਿਹੜੀ ਸਰ ਲਿਕਵਿਡ ਵਾਲੀ ਡਾਈਟ ਆ, ਇਹ ਸਾਰੇ ਬੰਦੇ ਆਮ ਲੋਕ ਵੀ, ਜੇ ਹਰੇਕ ਬੰਦਾ ਲੈ ਲਿਆ ਕਰੇ ਤਾਂ ਠੀਕ ਰਹੂਗੀ ਜੀ ਵੈਸੇ ਹੀ? ਬਿਲਕੁਲ। ਇਹਦੇ 'ਚ ਕੀ ਕਰਨਾ ਚਾਹੀਦਾ ਹੈ, ਜਿਹੜੀ ਉਹ ਇੰਟਰਮੀਟੈਂਟ ਫਾਸਟਿੰਗ ਗੱਲ ਕਰਦੇ ਆਪਾਂ, ਯਾਨੀ ਕਿ ਰਾਤ ਦੇ ਖਾਣੇ ਤੇ ਸਵੇਰ ਦੇ ਬ੍ਰੇਕਫਾਸਟ, ਯਾਨੀ ਕਿ ਫਲਾਂ ਦੇ ਵਿਚਾਲੇ 12 ਘੰਟੇ ਦਾ ਵਕਫਾ, ਉਹਨੂੰ ਕਹਿੰਦੇ ਇੰਟਰਮੀਟੈਂਟ ਫਾਸਟਿੰਗ। ਯਾਨੀ ਕਿ ਡੇਲੀ ਵਾਲੀ ਫਾਸਟਿੰਗ ਹੈ 12 ਘੰਟੇ ਦੀ। ਰਾਤ ਨੂੰ ਖਾਣਾ ਜਲਦੀ ਖਾਓ, ਸਵੇਰ ਦਾ ਜਿਹੜਾ ਨਾਸ਼ਤਾ ਹੈ ਜਾਂ ਫਲ ਨੇ ਉਹ ਲੇਟ ਖਾਓ। ਯਾਨੀ ਕਿ ਉਹ ਜਿਹੜੀ ਬ੍ਰੇਕ ਹੈ 12 ਘੰਟੇ, ਘੱਟੋ ਘੱਟ 16 ਘੰਟੇ ਵੱਧ ਤੋਂ ਵੱਧ। ਸੋ 12 ਤੇ 16 ਘੰਟੇ ਦੇ ਵਿਚਾਲੇ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿਹੜਾ ਬੰਦਾ 16 ਘੰਟੇ ਕਰ ਗਿਆ, ਉਹਨੂੰ ਵੈਸੇ ਕੋਈ ਲੋੜ ਨਹੀਂ ਪੈਂਦੀ ਕੋਈ ਹੋਰ ਚੀਜ਼ ਦੀ। 16 ਘੰਟੇ ਉਹਦੀ ਬਾਡੀ ਵੈਸੇ ਬਹੁਤ ਸਟਰੋਂਗ ਹੋ ਜਾਂਦੀ ਹੈ। ਉਹ ਜਿਹੜੀ ਫਾਸਟਿੰਗ ਹੈ, ਉਹ ਵੀਕਲੀ ਫਾਸਟਿੰਗ ਜਿਹੜੀ ਤੁਸੀਂ ਕਰਨੀ ਹੈ, ਹਫ਼ਤੇ 'ਚ 1 ਦਿਨ ਫਾਸਟਿੰਗ ਕਰਨੀ ਹੈ, ਉਹ ਇਹ ਕੀਤੀ ਜਾ ਸਕਦੀ ਲਿਕੁਇਡ ਵਾਲੀ। ਠੀਕ ਹੈ ਜੀ। ਹਫ਼ਤੇ 'ਚ 1 ਦਿਨ ਲਿਕੁਇਡ ਦੀ ਫਾਸਟਿੰਗ ਕਰ ਲਾਂਗੇ ਆਪਾਂ। ਇੰਟਰਮੀਟੈਂਟ ਫਾਸਟਿੰਗ ਡੇਲੀ, ਤੇ ਹਫ਼ਤੇ 'ਚ 1 ਦਿਨ ਦੀ ਫਾਸਟਿੰਗ। ਉਹ ਤੁਹਾਡੀ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਦੀ ਕਰਨਾ ਚਾਹੁੰਦੇ ਹੋ। ਉਹਦੇ 2 ਜਾਂ 3 ਆਪਸ਼ਨ ਨੇ ਆਪਣੇ ਕੋਲੇ। ਨੰਬਰ 1 ਆਪਸ਼ਨ ਹੈ ਕਿ ਤੁਸੀਂ ਸਿਰਫ ਪਾਣੀ ਤੇ ਚਲੇ ਜਾਓ, ਜੇ ਵੱਧ ਤੋਂ ਨਿੰਬੂ ਪਾਣੀ ਤੇ ਚਲੇ ਜਾਓ, ਕੁਛ ਨਾ ਖਾਓ ਸਾਰਾ ਦਿਨ, ਬਹੁਤ ਸਖਤ ਹੈ ਉਹ। ਉਸ ਤੋਂ ਬਾਅਦ ਆ ਗਈ ਤੁਹਾਡੀ ਇਹ ਲਿਕੁਇਡ ਵਾਲੀ ਫਾਸਟਿੰਗ, ਕਿ ਲਿਕੁਇਡ ਪੀਣ ਵਾਲੀ ਚੀਜ਼ ਪੀ ਲਓ, ਖਾਣ ਵਾਲੀ ਚੀਜ਼ ਨਾ ਖਾਓ। ਤੀਜੀ ਆ ਗਈ ਕਿ ਇਕੱਲਾ ਕੱਚਾ ਖਾਓ। ਪਹਿਲਾਂ ਉਹੀ ਦੁਪਹਿਰ ਤੋਂ ਪਹਿਲਾਂ ਲਿਕੁਇਡ ਖਾ ਲਓ, ਫਿਰ ਫਲ ਖਾ ਲਓ, ਫਿਰ ਸਲਾਦ ਖਾ ਲਓ, ਬਸ। ਤਾਂ ਇਹ ਤਿੰਨ ਆਪਸ਼ਨ ਹੈਗੇ ਨੇ ਵੀਕਲੀ ਫਾਸਟਿੰਗ ਵਾਸਤੇ। ਇਹ ਆਪਣੀ ਸੁਭਾਅ ਦੇ ਹਿਸਾਬ ਨਾਲ, ਟੇਸਟ ਦੇ ਹਿਸਾਬ ਨਾਲ, ਲੋੜ ਦੇ ਹਿਸਾਬ ਨਾਲ ਢਾਲ ਲਓ ਆਪਣੇ ਆਪ ਨੂੰ। ਤਾਂ ਇਹ ਤਿੰਨੇ ਜਿਹੜੀਆਂ ਆਪਣੇ ਜਿਹੜੇ ਉਹਦੇ ਗੁਣ ਨੇ। ਹਾਂਜੀ, ਮੈਂ ਸਵਾਲ ਲਊਂਗਾ ਉਸ ਤੋਂ ਪਹਿਲਾਂ ਇੱਕ ਡਾਕਟਰ ਸਾਹਿਬ ਹੋਰ ਗੱਲ, ਕਿ ਇੱਕ ਨਾ ਗੱਲ ਆ ਰਹੀ ਹੈ ਕਿ ਬਲੱਡ ਕਈ ਲੋਕਾਂ ਦਾ ਘਟਦਾ ਗਾ, ਜ਼ਿਆਦਾ ਘਟਦਾ ਰਹਿੰਦਾ ਗਾ। ਉਹ ਫਿਰ ਸੁਸਤ ਜਿਹੇ ਪਏ ਰਹਿੰਦੇ ਆ, ਸਰੀਰ ਕਮਜ਼ੋਰ ਜਿਹਾ ਹੋਇਆ ਪਿਆ। ਉਹਦੇ ਵਾਸਤੇ ਦੇਖੋ ਕੀ ਕਰੋ? ਜਿਹੜੀ ਇਹ ਡਾਈਟ ਹੈ ਨਾ, ਇਹ ਡਾਈਟ ਹੈ, ਜਿਹੜਾ ਬੰਦਾ ਇਹ ਡਾਈਟ ਅਡਾਪਟ ਕਰ ਜਾਏਗਾ, ਉਹਦਾ ਬਲੱਡ ਨਹੀਂ ਘਟੇਗਾ। ਜੇ ਠੀਕ ਹੈ ਘਟ ਰਿਹਾ ਤਾਂ ਕੋਈ ਸੀਰੀਅਸ ਕੋਈ ਪ੍ਰੋਬਲਮ ਹੋਰ ਹੋ ਸਕਦੀ ਹੈ। ਠੀਕ ਹੈ। ਤੁਸੀਂ ਪਾਓਗੇ ਕਿ 99% ਲੋਕ ਜਿਹੜੇ ਨੇ, ਉਹ 1-10% ਹੁੰਦੇ ਆ ਜਿਹੜੇ ਹਾਂਜੀ, ਕਿਸੇ ਹੋਰ ਬਿਮਾਰੀ, ਗੰਭੀਰ ਬਿਮਾਰੀ ਤੋਂ ਪੀੜਤ ਨੇ। ਠੀਕ ਹੈ। ਉਹ ਹੈਗੀ ਗੰਭੀਰ ਬਿਮਾਰੀ, ਉਹਨੂੰ ਛੱਡ ਦਿਓ ਤੁਸੀਂ ਇੱਕ ਵਾਰੀ। ਗੰਭੀਰ ਠੀਕ ਬਿਮਾਰੀ ਨਾਲ ਤਾਂ ਡਾਕਟਰ ਕੋਲ ਜਾਣਾ ਹੀ ਪਏਗਾ ਡਾਇਗਨੋਸਿਸ ਕਰਾਉਣ ਲਈ। ਠੀਕ ਉਹ 1-2% ਹੋਣਗੇ। ਠੀਕ 99% ਇਸ ਡਾਈਟ ਤੇ ਆਓ। ਦੁੱਧ ਤੇ ਕਣਕ ਛੱਡੋ। ਕਣਕ ਬਾਰੇ, ਕਣਕ ਜਿਹੜੀ ਹੈ, ਜਿਹੜੀ ਠਿਗਣੀ ਜੀ ਕਣਕ ਹੈ, ਹਾਈਬ੍ਰਿਡ ਕਣਕ ਹੈ, ਇਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਕਰ ਰਹੀ ਹੈ। ਇਹਦੇ 'ਚ ਜੇ ਇਹਨੂੰ ਖਾਣਾ ਹੈ ਆਟਾ, ਤਾਂ ਇਹਨੂੰ ਮੋਡੀਫਾਈ ਕਰਕੇ ਖਾਓ। ਮੋਡੀਫਿਕੇਸ਼ਨ ਕਿਵੇਂ ਹੋ ਸਕਦੀ ਹੈ ਇਹਦੀ? ਸੱਤਵਿਕ ਰੋਟੀ ਦੀਆਂ ਵੀਡੀਓ ਵੀ ਪਈਆਂ ਨੇ, ਆਪਣੀ ਗੱਲ ਪਹਿਲਾਂ ਵੀ ਹੋ ਚੁੱਕੀ। ਸੱਤਵਿਕ ਰੋਟੀ ਬਣਾ ਕੇ, ਯਾਨੀ ਕਿ ਇਸ ਕਣਕ ਨੂੰ ਦੇ ਅੰਦਰ ਪੱਤੇ ਜਾਂ ਕੋਈ ਵੀ ਸਬਜ਼ੀ ਗੁੰਨ ਲਓ। ਉਹਨੂੰ ਜੇ ਤਾਂ ਪੱਤੇ ਆ ਤਾਂ ਉਹਨੂੰ ਕੱਟ ਕੇ ਗੁੰਨ ਲਓ, ਜਾਂ ਮਿਕਸੀ 'ਚ ਚਟਨੀ ਟਾਈਪ ਬਣਾ ਕੇ ਉਹ ਗੁੰਨ ਲਓ। ਜੇ ਕੋਈ ਵੱਡੀ ਸਬਜ਼ੀ ਹੈ ਤਾਂ ਉਹਨੂੰ ਮਿਕਸੀ 'ਚ ਗੇੜਾ ਦਿਓ, ਫਿਰ ਗੁੰਨ ਲਓ ਉਹਦੇ 'ਚ। ਉਹ ਜੇ ਸਬਜ਼ੀਆਂ ਗੁੰਨ ਲਾਂਗੇ ਆਪਾਂ ਵਿੱਚ, ਤਾਂ ਇਹਦੀ ਜਿਹੜੀ ਉਹ ਔਗਣ ਨੇ ਉਹ ਘਟ ਜਾਣਗੇ ਬਹੁਤ ਜ਼ਿਆਦਾ। ਡਾਕਟਰ ਸਾਹਿਬ ਇਹਦੇ ਵਿੱਚ ਆਟਾ ਏਦਾਂ ਖਾਈਏ ਜਾਂ ਕਣਕ ਦੇ ਆਟੇ 'ਚ ਅਸੀਂ। ਜੀ
ਹਾਂਜੀ ਡਾਕਟਰ ਸਾਹਿਬ, ਇਹਦੇ ਵਿੱਚ ਜਿਹੜਾ ਕਣਕ ਹੈ, ਇਹਦੇ ਵਿੱਚ ਆਪਾਂ ਜਿਵੇਂ ਜੌਂ ਹੋ ਗਈ ਤੇ ਮੱਕੀ ਹੋ ਗਈ, ਬਾਜਰਾ ਹੋ ਗਿਆ, ਹਾਂ ਬਿਲਕੁਲ ਬਿਲਕੁਲ ਇਹ ਰਲਾ ਕੇ ਖਾ ਲਿਆ ਜਾਏ 3-4 ਬਿਲਕੁਲ ਤਰ੍ਹਾਂ ਦੀ। ਵਧੀਆ ਹਾਂਜੀ ਵਧੀਆ ਵਧੀਆ ਮਲਟੀ। ਉਹ ਸਾਡੇ ਪੁਰਾਣਾ ਬੇੜਾ ਖਾਂਦੇ ਸੀ ਨਾ, ਹਾਂਜੀ ਉਹ ਕਣਕ ਚੌਲ ਤੇ ਜੌਂ। ਤੁਹਾਨੂੰ ਯਾਦ ਹੋਣਾ, ਜਿਹੜੇ 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 ਮੇਰੀ ਉਮਰ ਦੇ ਜਾਂ ਉਸ ਤੋਂ ਵੀ ਘੱਟ ਨੇ, ਬੇੜਾ ਖਾਣ ਦਾ ਪਿੰਡ 'ਚ ਅਕਸਰ ਕਲਚਰ ਹੁੰਦਾ ਸੀ ਘਰਾਂ 'ਚ। ਉਹ ਏਦਾਂ ਹੀ ਬੀਜਦੇ ਹੁੰਦੇ ਸੀਗੇ, ਉਹ ਕਣਕ ਦੇ ਵਿੱਚੇ ਬੀਜ ਦਿੰਦੇ ਸੀ, ਵਿੱਚੇ ਉਹ ਵਿੱਚੇ ਬੇੜਾ ਉੱਦਾਂ ਹੀ ਸਾਂਭ ਲੈਂਦੇ ਸੀ ਤੇ ਉੱਦਾਂ ਹੀ ਪਿਆ ਲੈਂਦੇ ਹੁੰਦੇ ਸੀਗੇ। ਉਹ ਕੀ ਹੁੰਦਾ ਕਿ ਉਹਦੇ ਨਾਲ ਹੁੰਦਾ ਕਿ ਉਹ ਜਿਹੜਾ ਉਹਦੇ ਨਾਲ ਜਿਹੜੇ ਔਗਣ ਨੇ ਕਣਕ ਦੇ, ਉਹ ਘਟ ਜਾਣਗੇ। ਬਹੁਤ ਬਹੁਤ ਵਧੀਆ ਰੂਟੀਨ ਹੈ ਇਹ। ਰੋਟੀ ਸਵਾਦ ਵੀ ਬਹੁਤ ਬਣਦੀ ਹੈ ਉਹਦੀ। ਸਿਰਫ ਉਹ ਸਾਨੂੰ ਜਿਹੜਾ ਆਦਤ ਪਈ ਫੁੱਲਵੀਂ ਜੀ ਤੇ ਹਲਕੀ ਫੁਲਕੀ ਖੁਸ਼ਕ ਸੌ ਫੁਲਕਾ, ਉਹ ਟੇਸਟ ਵਾਈਜ਼ ਕੋਈ ਬਹੁਤੀ ਅੱਛੀ ਨਹੀਂ ਹੁੰਦੀ ਹੈ। ਹੁਣ ਤੁਸੀਂ ਜਿਹੜੀ ਜਿਹੜੀ ਬੇੜੇ ਦੀ ਰੋਟੀ ਹੈ, ਜੇ ਤੁਸੀਂ ਉਹ 'ਚ ਮਾੜਾ ਜਿਹਾ ਕਿਤੇ ਨੂਣ ਪਾ ਲਓ ਤੇ ਉਹ ਪਾ ਦਿਓ ਤਾਂ ਰੁੱਖੀ ਖਾਣੀ, ਬਹੁਤ ਕਮਾਲ ਦੀ। ਘਿਓ ਲਾ ਲਓ ਤੇ ਮੱਖਣ ਲਾ ਲਓ ਬਸ। ਦੇਖੋ ਜਿੱਥੇ ਕੋਈ ਗੱਲ ਸਮਝ ਨਾ ਆਉਂਦੀ ਹੋਵੇ, ਸਭ ਤੋਂ ਵੱਡਾ ਫੰਡਾ ਹੈ, ਦੇਖੋ ਸਾਡੇ ਬਜ਼ੁਰਗ ਕੀ ਕਰਦੇ ਸੀ, ਠੀਕ ਹੈ। ਉੱਥੇ ਇਹ ਗੱਲ ਦੇਖ ਲਓ। ਜੇ ਕਿੱਥੇ ਕੋਈ ਗੱਲ ਸਮਝ ਨਹੀਂ ਆ ਰਹੀ ਤਾਂ ਬਜ਼ੁਰਗ ਦੇਖੋ, ਬਜ਼ੁਰਗ ਨੂੰ ਪੁੱਛੋ ਵੀ ਉਦੋਂ ਕੀ ਕਰਦੇ ਸੀ, ਤਾਂ ਬਹੁਤੀ ਵਾਰੀ ਤੁਸੀਂ ਪਾਓਗੇ ਕਿ ਸਾਡੇ ਬਜ਼ੁਰਗਾਂ ਦੀ ਜਿਹੜੀ ਸਿਆਣਪ ਸੀਗੀ ਸਾਡੇ ਨਾਲ 100 ਗੁਣਾ ਜ਼ਿਆਦਾ ਵਧੀਆ ਸੀ। ਉਹ ਅਸੀਂ ਛੋਹ ਜਿਹੜਾ ਅੰਗਰੇਜ਼ਾਂ ਤੋਂ ਫਾਲਤੂ ਦਾ ਬਕਵਾਸਬਾਜ਼ੀ ਲੈ ਲਈ ਅਸੀਂ, ਸਨੈਕਸ ਔਰ ਸੁਆਹ ਖੇ ਜਿਹੜੇ ਆਈਸਕ੍ਰੀਮਾਂ ਤੇ ਟਰੀਟਸ, ਅਤੇ ਉਹ ਇੱਕ ਦਿਨ ਅਸੀਂ ਬਿਮਾਰੀਆਂ ਦੀ ਗੱਲ ਪਾਲੀਆਂ ਨੇ, ਇਹ ਆਈਆਂ ਬਾਹਰੋਂ ਨੇ। ਸਾਡੇ ਟਰੀਟ ਕੀ ਹੁੰਦੇ ਸੀਗੇ? ਸਾਡੇ ਟਰੀਟ ਤਾਂ ਖੀਰ ਹੁੰਦੀ ਸੀਗੀ ਵੱਧ ਤੋਂ ਵੱਧ, ਤੇ ਗੁੜ ਹੁੰਦਾ ਸੀਗਾ, ਤੇ ਗੁੜ ਦੀਆਂ ਬਣੀਆਂ ਜੋ ਮਿੱਠੇ ਚੌਲ ਹੁੰਦੇ ਸੀਗੇ। ਉਹ ਭਾਂਤ ਭਾਂਤ ਦੀ ਅਸੀਂ ਚੀਨੀ ਬੇਸਡ ਚੀਜ਼ਾਂ ਪਾ ਲਈਆਂ ਨਾ ਆਪਣੇ ਗਲ, ਇਹ ਕਿਤੇ ਨਾ ਕਿਤੇ ਆਪਾਂ ਮਤਲਬ ਬਿਮਾਰੀਆਂ ਗਲ ਪਾਈਆਂ ਨੇ। ਇੱਕ ਇਸ ਡਾਕਟਰ ਕਰਕੇ ਸਾਹਿਬ